ਕੋਈ ਲੱਗਦਾ ਕਿ ਪੰਜਾਬ 'ਚ ਇਦਾਂ ਦੀ ਰਦੋ ਬਦਲ ਵੀ ਹੋ ਸਕਦੀ ਹੈ? ਕਾਂਗਰਸ ਨੂੰ ਲੱਗਦਾ ਹੈ ਕਿ ਹੁਣ ਜ਼ਰੂਰਤ ਹੈ ਕੋਈ ਨਵਾਂ ਚਿਹਰਾ ਲਿਆਂਦਾ ਜਾਵੇ, ਇਹਨਾਂ ਪ੍ਰਸਥਿਤੀਆਂ 'ਚ ਜਿਹੜਾ ਖਿਚਲਾ ਕਾਰਨ ਬਣ ਸਕਦਾ ਹੈ? ਪ੍ਰਦੇਸ਼ ਕਾਂਗਰਸ ਦੇ ਢਾਂਚੇ ਵਿੱਚ ਬਹੁਤ ਮੇਜਰ ਰੀਸ਼ਫਲ ਕਰਨ ਜਾ ਰਹੇ ਨੇ ਬਹੁਤ ਛੇਤੀ। ਔਰ ਜੋ ਰਿਪੋਰਟਸ ਹੈਗੀਆਂ, ਅੱਛਾ ਪਾਰਟੀ ਕੋਲ ਫੇਸ ਇੱਕੋ ਹੀ ਹੈਗਾ ਇਸ ਵੇਲੇ, ਨਵਜੋਤ ਸਿੰਘ ਸਿੱਧੂ ਜਿਹਦਾ ਸਾਫ਼ ਸੁਥਰਾ ਅਕਸ ਹੈਗਾ, ਜਾਂ ਜਿਹੜਾ ਇਸ ਵੇਲੇ ਲੋਕਾਂ 'ਚ ਪਪੂਲਰ ਹੈਗਾ, ਹੋਰ ਉਹਨਾਂ ਦੇ ਕੋਲ ਪਾਰਟੀ ਕੋਲ ਇਸ ਵੇਲੇ ਕੋਈ ਫੇਸ ਹੀ ਨਹੀਂ, ਕੋਈ ਬੰਦਾ ਹੀ ਨਹੀਂ ਹੈਗਾ। ਨਵਜੋਤ ਸਿੱਧੂ ਉੱਪਰ ਸੋਨੀਆ ਗਾਂਧੀ ਨੂੰ ਮਿਲ ਕੇ ਆਇਆ, ਉਹਦੇ ਨਾਲ ਇਹ ਹੁਣ ਇੰਨੀ ਦੇਰ ਇੰਤਜ਼ਾਰ ਕੀਤਾ ਹੈ, ਹੁਣ ਮੇਰੇ ਖਿਆਲ ਲਾਸਟ ਸਟੇਜ ਹੈ ਕਿ ਉਹਨਾਂ ਦੀ ਜਾਂ ਤਾਂ ਕੈਬਨਿਟ 'ਚ ਇੰਡਕਸ਼ਨ ਹੋ ਰਹੀ ਹੈ ਤੇ ਜਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਇੱਕ ਗੱਲ ਮੈਨੂੰ ਬੜੀ ਸਪਸ਼ਟ ਨਜ਼ਰ ਆ ਰਹੀ ਹੈ ਕਿ ਪਾਰਟੀ ਹਾਈ ਕਮਾਂਡ ਦੇ ਕੋਲ ਬਹੁਤੀਆਂ ਹੋਰ ਆਪਸ਼ਨਸ ਹੀ ਨਹੀਂ ਹੈਗੀਆਂ। ਤੇ ਅਗਰ ਜਿਹੜੀ ਸਰਕਾਰ ਦੇ ਖਿਲਾਫ ਜਿਹੜਾ ਲੋਕਾਂ ਦੇ ਵਿੱਚ ਰੋਹ ਹੈ ਜਾਂ ਜੋ ਵੀ ਗਿਲੇ ਸ਼ਿਕਵੇ ਹੈ, ਉਹ ਨਵਜੋਤ ਸਿੱਧੂ ਦੇ ਤੌਰ ਦੇ ਉੱਤੇ ਕੋਈ ਨਵਾਂ ਚਿਹਰਾ ਆਉਂਦਾ ਹੈ ਤਾਂ ਬੜੀ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਉਹ ਮੈਂ ਸਮਝਦਾ ਕਿ ਕਾਂਗਰਸ ਕੋਲ ਹੋਰ ਕੋਈ ਆਪਸ਼ਨ ਵੀ ਕੋਈ ਨਹੀਂ ਹੈ ਕਿ ਪਾਰਟੀ ਨੂੰ ਤੁਸੀਂ ਰੀ-ਐਨਰਜਾਈਜ਼ ਕਰਨਾ ਹੈ, ਪੂਰੀ ਤਰ੍ਹਾਂ ਤਿਆਰ ਕਰਕੇ ਇਲੈਕਸ਼ਨ 'ਚ ਉਤਾਰਨਾ ਹੈ, ਤਾਂ ਆਈ ਥਿੰਕ ਇਜ਼ ਦ ਬੈਸਟ ਪਰਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਦੇ ਅੰਦਰ ਇੱਕ ਵਾਰ ਫਿਰ ਇਹ ਸੁਨੇਹਾ ਦਿੱਤਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਹੈਗਾ ਕੁਝ ਗਲਤ ਹੱਥਾਂ 'ਚ ਚਲਾ ਗਿਆ ਹੈ, ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਜਿਹੜੇ ਨਵੇਂ ਕਾਨੂੰਨ ਹੈ ਉਹ ਕਿਸਾਨਾਂ ਦੇ ਹਿਤੈਸ਼ੀ ਹੈ। ਇਹ ਕਿਸਾਨ ਪੰਚਾਇਤਾਂ ਦਾ ਇਹ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਹੈ, ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਇਹ ਕਿਸਾਨ ਸੰਘਰਸ਼ ਨੂੰ ਬਹੁਤ ਵੱਡੀ ਇੱਕ ਮਦਦ ਮਿਲ ਰਹੀ ਹੈ। ਦੇਖੋ, ਜੋ ਬਾਈਡਨ ਐਡਮਿਨਿਸਟ੍ਰੇਸ਼ਨ ਜਿਹਨੂੰ ਕਿ ਮੋਦੀ ਸਰਕਾਰ ਸਮਝਦੀ ਕਿ ਸਾਡੇ ਹੱਕ 'ਚ ਹੈ ਜਾਂ ਸਾਡੇ ਸਪੋਰਟਰ ਹੈ ਜਾਂ ਜੋ ਵੀ ਹੈ, ਉਹਨੇ ਵੀ ਇੱਥੇ ਦਾ ਕਹਿਤਾ ਹੈ ਕਿ ਕਿਸਾਨਾਂ ਨੂੰ ਆਪਣੀ ਡੈਮੋਕ੍ਰੈਟਿਕ ਗੱਲਬਾਤ ਕਹਿਣ ਲਈ ਪੂਰਾ ਹੱਕ ਹੈ। ਜਿਸ ਤਰੀਕੇ ਨਾਲ ਚਾਹੇ ਉਹ ਇਕਨੋਮਿਕ ਪਾਲਿਸੀ ਹੈ, ਚਾਹੇ ਫੋਰਨ ਪਾਲਿਸੀ ਹੈ, ਚਾਹੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਹੈ, ਹਰੇਕ ਫਰੰਟ ਤੇ ਮੋਦੀ ਸਰਕਾਰ ਜਿਸ ਤਰੀਕੇ ਨਾਲ ਜੁਮਲੇਬਾਜ਼ੀ ਵਾਲੀ ਸਰਕਾਰ ਸਾਬਿਤ ਹੋਈ ਹੈ, ਉਸ ਤਰੀਕੇ ਨਾਲ ਲੋਕਾਂ 'ਚ ਇੱਕ ਨਿਰਾਸ਼ਤਾ ਜਿਹੜੀ ਹੈ ਲਗਾਤਾਰ ਵਧਦੀ ਗਈ। ਦੇਖੋ, ਪ੍ਰਧਾਨ ਮੰਤਰੀ ਦਾ ਵੀ ਪਿਛਲੇ ਕਈ ਦਿਨਾਂ ਤੋਂ ਚਿਹਰਾ ਉਤਰਿਆ ਹੋਇਆ ਹੈ, ਔਰ ਉਹਨਾਂ ਦੇ ਸਾਥੀ ਜਿਹੜੇ ਇਸ ਅੰਦੋਲਨ ਦੇ ਨਾਲ ਡੀਲ ਕਰ ਰਹੇ ਨੇ, ਉਹਨਾਂ ਦੇ ਵੀ ਚਿਹਰੇ ਉਤਰੇ ਹੋਏ ਨੇ। ਇਹ ਸਮਾਂ ਆ ਗਿਆ ਹੈ ਕਿ ਦੋਨੋਂ ਸਾਈਡਾਂ ਨੂੰ, ਚਾਹੇ ਮੋਦੀ ਸਰਕਾਰ ਹੈ ਉਹ ਚਾਹੇ ਉਹ ਕਿਸਾਨ ਜਥੇਬੰਦੀਆਂ, ਇਹਨਾਂ ਨੂੰ ਕੋਈ ਵਿਚਲਾ ਰਸਤਾ ਲੱਭ ਕੇ ਫਲੈਕਸੀਬਲ ਅਪਰੋਚ ਅਡਾਪਟ ਕਰਕੇ ਇਹ ਜਿਹੜਾ ਇੰਨਾ ਲੰਬਾ ਆਪਾਂ ਸਟਰਗਲ ਕੀਤੀ ਹੈ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਿੰਸੀਅਰਲੀ। ਇਹਨੂੰ ਹੋਰ ਖਿੱਚਣ ਦਾ ਫਾਇਦਾ ਕੋਈ ਨਹੀਂ ਹੈ। ਅੱਜ ਪੈਟਰੋਲ ਜਿਹੜਾ 90 ਤੋਂ ਉੱਪਰ ਚਲੇ ਗਿਆ, ਡੀਜ਼ਲ 80 ਤੋਂ ਉੱਪਰ ਚਲੇ ਗਿਆ, ਗੈਸ ਦੇ ਰੇਟ ਦੇਖ ਲਓ, ਆਪਣਾ ਰੇਲਵੇ ਤੇ ਜਿਹੜੇ ਪਲੇਟਫਾਰਮ ਟਿਕਟ ਸੀ ਉਹ 10 ਰੁਪਏ ਤੋਂ 50 ਰੁਪਏ। ਉਹ ਜਿਸ ਤਰੀਕੇ ਨਾਲ ਹਰੇਕ ਮੁੱਦੇ ਤੇ ਪਿਛੜੇ ਆ, ਔਰ ਅੱਜ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜਾ ਐਗਰੀਕਲਚਰ ਸੈਕਟਰ ਹੈ ਉਹਦਾ 60% ਦੇਸ਼ ਦੀ ਆਬਾਦੀ ਦਾ ਜਿਹੜਾ ਉੱਥੇ ਹਿੱਸਾ ਉੱਤੇ ਡਿਪੈਂਡ ਕਰਦਾ, ਉਹਨੂੰ ਵੀ ਇਹਨਾਂ ਨੇ ਆਪਣੇ ਦੋ ਸਾਥੀਆਂ ਨਾਲ, ਅਡਾਨੀ ਔਰ ਅੰਬਾਨੀ, ਦੋ ਗੁਜਰਾਤੀ ਲੋਕ, ਅੱਜ ਬੀਜੇਪੀ ਜਿਹੜੀ ਪਾਰਟੀ ਵਿਦ ਡਿਫਰੈਂਸ ਦਾ ਨਾਰਾ ਲਾਉਂਦੀ ਸੀ, ਉਹ ਦੋ ਲੋਕਾਂ ਤੱਕ ਸਿਮਟ ਕੇ ਰਹਿ ਗਈ। ਬੀਜੇਪੀ ਦੇ ਲੀਡਰਾਂ ਦਾ ਹਾਲ ਕੀ ਹੈਗਾ? ਪੰਜਾਬ 'ਚ ਚੋਰਾਂ ਵਾਂਗੂ ਲੁਕ ਕੇ ਜਾਂਦੇ ਨੇ, ਲੋਕਾਂ ਦੀਆਂ ਗੱਡੀਆਂ ਮੰਗ ਕੇ ਉਹਨਾਂ 'ਚ ਟਰੈਵਲ ਕਰਦੇ ਨੇ, ਡਰਦੇ ਨੇ, ਆਪਣੀਆਂ ਗੱਡੀਆਂ 'ਚ ਟਰੈਵਲ ਨਹੀਂ ਕਰ ਸਕਦੇ। ਪਹਿਲੀ ਗੱਲ ਤਾਂ ਹੈ ਕਿ ਮੈਂ ਸਮਝਦਾ ਹਾਂ ਕਿ ਕੇਂਦਰ ਸਰਕਾਰ ਇੰਨੀ ਆਬਟਿਊਜ਼ ਨਹੀਂ ਹੈ ਕਿ ਇਹ ਨਾਲ ਬਿਨਾਂ ਕਾਨੂੰਨ ਦੀ ਸਟੱਡੀ ਕੀਤੇ ਕਾਨੂੰਨ ਬਣਾ ਦੇ। ਜਦੋਂ ਦੇਸ਼ ਸਾਰਾ ਹੈ ਉਹ ਕੋਵਿਡ ਦੀ ਮਾਰ ਦੇ ਹੇਠਾਂ ਮੁਸ਼ਕਲਾਂ 'ਚੋਂ ਨਿਕਲ ਰਿਹਾ, ਔਰ ਲੋਕਾਂ ਦੀ ਆਵਾਜਾਈ ਬੰਦ ਹੈ, ਔਰ ਉਸ ਚੋਰ ਦਰਵਾਜ਼ੇ ਨਾਲ ਜਿਹੜੀ ਕਾਲੀ ਕੀਤੀ ਹੈ ਮੋਦੀ ਸਾਹਿਬ ਨੇ, ਉਹ ਲੋਕਾਂ ਦੇ ਸ਼ੱਕ ਹੋਣੇ ਸੁਭਾਵਿਕ ਸੀ। ਨਜ਼ਰੀਏ ਦੀ ਟੀਵੀ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਕਿਸਾਨੀ ਅੰਦੋਲਨ ਦੇ ਜਿਸ ਵੱਡੇ ਮੁੱਦੇ ਤੇ ਚਰਚਾ ਕਰ ਰਹੇ ਹਾਂ ਕਿ ਕਿਵੇਂ ਕਿਸਾਨ ਮਹਾਪੰਚਾਇਤਾਂ ਨੇ ਇਸ ਅੰਦੋਲਨ ਨੂੰ ਦਿੱਤਾ ਨਵਾਂ ਹਲਾਰਾ। ਹਰਿਆਣਾ ਦੀ ਗੱਲ ਕਰੀਏ, ਯੂਪੀ ਦੀ ਗੱਲ ਕਰੀਏ, ਰਾਜਸਥਾਨ ਦੀ ਗੱਲ ਕਰੀਏ, ਬਹੁਤ ਵੱਡੀ ਭੂਮਿਕਾ ਪੰਚਾਇਤ ਭਾਈਚਾਰੇ ਵੱਲੋਂ ਨਿਭਾਈ ਜਾ ਰਹੀ ਹੈ। ਜੇ ਮੌਜੂਦਾ ਪ੍ਰਸਥਿਤੀਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਅੰਦਰ ਜਗਰਾਉਂ 'ਚ ਪਹਿਲੀ ਵਾਰ ਕਿਸਾਨ ਮਹਾਪੰਚਾਇਤ ਨੂੰ ਜਿਸ ਤਰੀਕੇ ਨਾਲ ਪੰਜਾਬੀਆਂ ਨੇ ਹਲਾਰਾ ਦਿੱਤਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਅੰਦੋਲਨ ਇੱਕ ਨਵੀਂ ਦਿਸ਼ਾ, ਇੱਕ ਨਵੇਂ ਦੌਰ ਦਾ ਸੁਨੇਹਾ ਦੇ ਰਿਹਾ ਹੈ। ਜਿੱਥੋਂ ਤੱਕ ਸਵਾਲ ਹੈ ਰਾਜਸੀ ਧਿਰਾਂ ਦਾ, ਜੇ ਆਪਾਂ ਪੰਜਾਬ ਦੇ ਮੁੱਦੇ ਦੀ ਗੱਲ ਕਰਦੇ ਹਾਂ
ਤਾਂ ਰਾਜਸੀ ਧਿਰਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਹਨਾਂ ਦੇ ਪੈਰਾਂ ਹੇਠਾਂ ਜ਼ਮੀਨ ਹੈ ਵੀ ਹੈ ਜਾਂ ਨਹੀਂ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਦੇ ਅੰਦਰ ਇੱਕ ਵਾਰ ਫਿਰ ਇਹ ਸੁਨੇਹਾ ਦਿੱਤਾ ਹੈ ਕਿ ਕਿਸਾਨ ਅੰਦੋਲਨ ਜਿਹੜਾ ਹੈਗਾ ਕੁਝ ਗਲਤ ਹੱਥਾਂ 'ਚ ਚਲਾ ਗਿਆ ਤੇ ਨਾਲ ਹੀ ਇਹ ਵੀ ਕਿਹਾ ਕਿ ਜਿਹੜੇ ਨਵੇਂ ਕਾਨੂੰਨ ਹੈ ਉਹ ਕਿਸਾਨਾਂ ਦੇ ਹਿਤੈਸ਼ੀ ਹੈ। ਇਸ ਦੇ ਬਾਵਜੂਦ ਜਿਹੜੀਆਂ ਅੰਦੋਲਨ ਦੀਆਂ ਹਮਾਇਤੀ ਧਿਰਾਂ ਹੈ ਉਹਨਾਂ ਦੇ ਪ੍ਰਧਾਨ ਮੰਤਰੀ ਦੇ ਸੁਨੇਹੇ ਦਾ ਕੋਈ ਅਸਰ ਨਹੀਂ। ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਘਰ ਘਰ 'ਚ ਦਿੱਲੀ ਦੇ ਕਿਸਾਨ ਅੰਦੋਲਨ ਦੀ ਚਰਚਾ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਖਾਸ ਮਹਿਮਾਨ ਇਸ ਵੇਲੇ ਜੁੜ ਚੁੱਕੇ ਹੈ। ਸੀਨੀਅਰ ਜਰਨਲਿਸਟ ਹਰਕਮਲਜੀਤ ਸਿੰਘ, ਏਐਸ ਪਰਾਸ਼ਾ ਜੀ, ਇਸੇ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪ੍ਰਧਾਨ ਰਹੇ ਮਾਲਵਿੰਦਰ ਸਿੰਘ ਕੰਗ ਤੇ ਕਿਸਾਨੀ ਸੰਘਰਸ਼ ਨਾਲ ਜੁੜਿਆ ਇੱਕ ਚਿਹਰਾ। ਤਿੰਨੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿਸ ਤਰੀਕੇ ਨਾਲ 26 ਜਨਵਰੀ ਦੇ ਬਾਅਦ ਕਿਸਾਨ ਮਹਾਪੰਚਾਇਤਾਂ ਨੇ ਇੱਕ ਨਵਾਂ ਹਲਾਰਾ ਦਿੱਤਾ ਹੈ, ਹਰਿਆਣਾ 'ਚ ਹੋ ਕੇ ਹਟੀਆਂ, ਯੂਪੀ 'ਚ ਹੋ ਕੇ ਹਟੀਆਂ ਤੇ ਹੁਣ ਪੰਜਾਬ ਦੇ ਵਿੱਚ ਜਗਰਾਉਂ 'ਚ ਜਿਹੜਾ ਕਿਸਾਨ ਮਹਾਪੰਚਾਇਤ ਨੂੰ ਹਲਾਰਾ ਮਿਲਿਆ, ਉਸ ਤੋਂ ਲੱਗਦਾ ਹੈ ਕਿ ਨਵਾਂ ਸੁਨੇਹਾ ਜਿਹੜਾ ਜਾ ਰਿਹਾ। ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਘੱਟੋ ਘੱਟ ਰਾਜਸੀ ਧਿਰਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਇਸ ਅੰਦੋਲਨ ਦੇ ਚੱਲਦਿਆਂ ਉਹਨਾਂ ਦੇ ਪੈਰਾਂ ਹੇਠ ਜ਼ਮੀਨ ਕਿੱਥੇ ਕੁ ਹੈ। ਇਹਨਾਂ ਨਵੀਆਂ ਪ੍ਰਸਥਿਤੀਆਂ ਨੂੰ ਹਰਕਮਲ ਜੀ ਕਿਵੇਂ ਦੇਖਦੇ ਹੋ? ਜਗਤਾਰ ਜੀ, ਇਹ ਜਿਹੜਾ ਅੰਦੋਲਨ ਹੈਗਾ ਹੁਣ ਮੇਰੇ ਖਿਆਲ ਕਿਸਾਨਾਂ ਨੂੰ ਵੀ ਇਹ ਸਮਝ ਪੈ ਗਈ ਹੈ ਕਿ ਇਹ ਸਾਡੀ ਲੰਬੀ ਲੜਾਈ ਹੈ, ਇਹ ਕੋਈ ਕੁਝ ਦਿਨਾਂ 'ਚ ਡਿਸਾਈਡ ਹੋਣ ਵਾਲਾ ਅੰਦੋਲਨ ਨਹੀਂ ਹੈਗਾ। ਔਰ ਉਹਨਾਂ ਨੇ ਵੀ ਆਪਣੇ ਅੰਦੋਲਨ ਦੀ ਜਿਹੜੀ ਵਿਉਂਤਬੰਦੀ ਹੈਗੀ ਹੈ ਉਸ ਢੰਗ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਥੱਲਿਓਂ ਜਾ ਕੇ ਆਪਣੇ ਆਪ ਨੂੰ ਆਰਗੇਨਾਈਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਅੰਦੋਲਨ ਨੂੰ ਦੇਸ਼ ਵਿਆਪੀ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਤੀਆਂ। ਔਰ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਇਹ ਕਿਸਾਨ ਪੰਚਾਇਤਾਂ ਦਾ ਇਹ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਹੈ ਉਹਦੇ ਨਾਲ ਮੈਨੂੰ ਲੱਗਦਾ ਕਿ ਇਹ ਕਿਸਾਨ ਸੰਘਰਸ਼ ਨੂੰ ਬਹੁਤ ਵੱਡੀ ਇੱਕ ਮਦਦ ਮਿਲ ਰਹੀ ਹੈ। ਔਰ ਦੂਜੇ ਨੰਬਰ ਤੇ ਕਿਸਾਨ ਜਿਹੜਾ ਹੈ ਉਹਨੂੰ ਥੱਲਿਓਂ ਉਹਨਾਂ ਨੇ ਗ੍ਰਾਸ ਰੂਟ ਲੈਵਲ ਤੇ ਆਪਣੇ ਨਾਲ ਜੋੜਨਾ, ਇਕੱਠਾ ਕਰਨਾ, ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਲੱਗਦਾ ਕਿ ਕਿਸਾਨ ਹੁਣ ਇਹ ਮਹਿਸੂਸ ਕਰ ਰਹੇ ਨੇ ਕਿ ਸਾਡੀ ਇਹ ਲੜਾਈ ਜਿਹੜੀ ਹੈ ਇਹ ਮਹੀਨਿਆਂ ਬੰਦੀ ਵੀ ਚੱਲ ਸਕਦੀ ਹੈ ਔਰ ਸਾਨੂੰ ਉਹਦੇ ਲਈ ਤਿਆਰ ਹੋਣਾ ਪਏਗਾ, ਉਹਦੀ ਵਿਉਂਤਬੰਦੀ ਕਰਨੀ ਪਏਗੀ। ਸਾਨੂੰ ਇਹ ਵੀ ਦੇਖਣਾ ਪਏਗਾ ਕਿ ਜੇ ਕੱਲ ਨੂੰ ਕਟਾਈ ਦਾ ਜਿਹੜਾ ਸੀਜ਼ਨ ਆ ਰਿਹਾ ਹੈ ਅਪ੍ਰੈਲ ਦੇ ਵਿੱਚ, ਜੇ ਉਦੋਂ ਤੱਕ ਇਹ ਅੰਦੋਲਨ ਖਤਮ ਨਹੀਂ ਹੁੰਦਾ ਤੇ ਇਸ ਅੰਦੋਲਨ ਦੀ ਕੀ ਰੂਪਰੇਖਾ ਰੱਖੀ ਜਾਏ, ਇਹ ਸਾਰੀਆਂ ਗੱਲਾਂ ਉਹਨਾਂ ਨੇ ਵਿਚਾਰਨੀਆਂ ਸ਼ੁਰੂ ਕਰਤੀਆਂ। ਸੋ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਭਾਰਤ ਸਰਕਾਰ ਦਾ ਜਿਹੜਾ ਐਟੀਟਿਊਡ ਜਿਵੇਂ ਜੋ ਸਾਹਮਣੇ ਆ ਰਿਹਾ, ਜਿਵੇਂ ਕੱਲ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ 'ਚ ਬੜਾ ਠੋਕ ਕੇ ਕਹਿਤਾ ਕਿ ਜੀ ਅਸੀਂ ਇਹ ਕਾਨੂੰਨ ਵਾਪਸ ਲੈਣ ਵਾਲੇ ਨਹੀਂ। ਮੈਨੂੰ ਲੱਗਦਾ ਕਿ ਅਸਲੀਅਤ ਇਹ ਹੈਗੀ ਹੈ ਜਿਵੇਂ ਸਾਨੂੰ ਹੁਣ ਅਸੀਂ ਵੀ 40 ਸਾਲ ਤੋਂ ਪੱਤਰਕਾਰੀ ਕਰ ਰਹੇ ਹਾਂ, ਮਾੜੀ ਮੋਟੀ ਫੇਸ ਰੀਡਿੰਗ ਕਰ ਸਕਦੇ ਹਾਂ ਸਿਆਸਤਦਾਨਾਂ ਦੀ। ਦੇਖੋ, ਪ੍ਰਧਾਨ ਮੰਤਰੀ ਦਾ ਵੀ ਪਿਛਲੇ ਕਈ ਦਿਨਾਂ ਤੋਂ ਚਿਹਰਾ ਉਤਰਿਆ ਹੋਇਆ ਹੈ ਔਰ ਉਹਨਾਂ ਦੇ ਸਾਥੀ ਜਿਹੜੇ ਨੇ, ਜਿਹੜੇ ਇਸ ਅੰਦੋਲਨ ਦੇ ਨਾਲ ਡੀਲ ਕਰ ਰਹੇ ਨੇ, ਉਹਨਾਂ ਦੇ ਵੀ ਚਿਹਰੇ ਉਤਰੇ ਹੋਏ ਨੇ। ਮੈਨੂੰ ਲੱਗਦਾ ਮਹਿਸੂਸ ਉਹ ਵੀ ਇਹ ਕਰ ਰਹੇ ਨੇ ਕਿ ਅਸੀਂ ਇੱਕ ਬਹੁਤ ਮੁਸ਼ਕਲ ਪੰਗੇ 'ਚ ਫਸ ਗਏ ਹੈਗੇ ਆ ਔਰ ਇੱਕ ਇਹੋ ਜਿਹੇ ਅੰਦੋਲਨ ਦੇ ਨਾਲ ਸਾਨੂੰ ਟਾਕਰਾ ਕਰਨਾ ਪੈ ਰਿਹਾ ਹੈ ਜਿਹੜਾ ਕਿ ਉਹਨਾਂ ਲਈ ਟੋਟਲ ਅਨਪ੍ਰੈਡਿਕਟੇਬਲ ਹੈ ਔਰ ਉਹਨਾਂ ਨੂੰ ਸਮਝ ਨਹੀਂ ਪੈ ਰਹੀ ਕਿ ਇਹਦਾ ਹਰਕਮਲ ਜੀ ਇਸ ਪਾਸੇ ਇਹ ਜਾਏਗਾ। ਜੀ ਹਰਕਮਲ ਜੀ, ਇੱਕ ਸਵਾਲ ਜਿਹੜਾ ਹੈਗਾ ਤੁਹਾਡੀ ਗੱਲ ਦੇ ਨਾਲ ਹੀ ਜੁੜਿਆ ਹੋਇਆ ਸਵਾਲ ਹੈ। ਜਿੱਦਾਂ ਤੁਸੀਂ ਕਹਿ ਰਹੇ ਕਿ ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਜਿਹੜੇ ਸਾਥੀ ਮੰਤਰੀ ਇਸ ਅੰਦੋਲਨ ਨਾਲ ਸੰਬੰਧਿਤ ਹੈਗੇ, ਕਿਵੇਂ ਚਿਹਰੇ ਉਤਰੇ ਹੈ। ਇੱਕ ਗੱਲ ਦਾ ਅੰਦਾਜ਼ਾ ਮੈਂ ਤੁਹਾਡੇ ਤੋਂ ਵੀ ਕਿ ਜਰਨਲਿਸਟ ਜਿਹੜਾ ਹੈਗਾ ਬਾਖੂਬੀ ਤੁਸੀਂ ਲਾ ਸਕਦੇ ਹੋ ਕਿ ਪਾਰਲੀਮੈਂਟ ਦੇ ਦੋਨਾਂ ਸਦਨਾਂ ਦੀ, ਰਾਜ ਸਭਾ ਤੇ ਖਾਸ ਤੌਰ ਤੇ ਲੋਕ ਸਭਾ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਪ੍ਰਧਾਨ ਮੰਤਰੀ ਨੇ ਬੇਸ਼ੱਕ ਕਈ ਮੁੱਦਿਆਂ ਤੇ ਗੱਲ ਕੀਤੀ ਹੋਏਗੀ, ਪਰ ਕਿਸਾਨੀ ਅੰਦੋਲਨ ਦੇ ਉੱਤੇ ਸਭ ਤੋਂ ਵੱਧ ਫੋਕਸ ਰੱਖਿਆ ਪ੍ਰਧਾਨ ਮੰਤਰੀ ਨੇ। ਜੇ ਕਿਸਾਨ ਅੰਦੋਲਨ ਇੰਨਾ ਹੀ ਫਿੱਕਾ ਹੁੰਦਾ ਜਾਂ ਹੇਠਾਂ ਚਲਿਆ ਗਿਆ ਹੁੰਦਾ ਤਾਂ ਪਾਰਲੀਮੈਂਟ ਦੇ ਅੰਦਰ ਨਰਿੰਦਰ ਮੋਦੀ ਵਰਗੇ ਹੰਢੇ ਹੋਏ ਤੇ ਮੰਝੇ ਹੋਏ ਨੇਤਾ ਨੂੰ ਇਹ ਜ਼ਰੂਰਤ ਨਹੀਂ ਸੀ ਕਿ ਆਪਣਾ ਸਾਰਾ ਫੋਕਸ, ਸਾਰੇ ਕਟਾਕਸ ਜਿਹੜਾ ਹੈਗਾ ਉਹ ਕਿਸਾਨੀ ਅੰਦੋਲਨ ਦੇ ਉੱਤੇ ਹੀ ਰੱਖ ਦੇ। ਜੀ ਹਰਕਮਲ ਜੀ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਦੇਖੋ,
ਇਸ ਵੇਲੇ ਮੌਜੂਦਾ ਕੇਂਦਰ ਸਰਕਾਰ ਲਈ, ਮੋਦੀ ਸਰਕਾਰ ਲਈ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਉਹ ਕਿਸਾਨ ਅੰਦੋਲਨ ਬਣ ਕੇ ਸਾਹਮਣੇ ਆ ਗਿਆ ਹੈ। ਬਾਕੀ ਸਾਰੇ ਮੁੱਦੇ ਉਹਨਾਂ ਲਈ ਥੱਲੇ ਚਲੇ ਗਏ ਨੇ ਔਰ ਅਜੇ ਤੱਕ ਜੋ ਮੈਨੂੰ ਨਜ਼ਰ ਆ ਰਿਹਾ ਹੈ ਉਹ ਬਿਲਕੁਲ ਟੋਟਲ ਫੇਲ ਹੋਏ ਨੇ। ਜੋ ਸਾਨੂੰ ਜਿਵੇਂ ਬਾਕੀ ਦੂਜੇ ਸਿਆਸਤਦਾਨ ਜਿਨ੍ਹਾਂ ਨਾਲ ਗਵਰਨਮੈਂਟ ਆਫ ਇੰਡੀਆ ਡੀਲ ਕਰਦੀ ਹੈ, ਗੱਲਾਂ ਕਰਦੀ ਹੈ, ਜਾਂ ਜਿਹੜੇ ਕੇਂਦਰੀ ਮੰਤਰੀਆਂ ਦੀਆਂ ਜਿਨ੍ਹਾਂ ਨਾਲ ਗੱਲਾਂ ਹੁੰਦੀਆਂ ਉਹ ਦੱਸਦੇ ਨੇ ਸਾਨੂੰ, ਕਹਿੰਦੇ ਜੀ ਕਿ ਉਹ ਕਹਿ ਰਹੇ ਨੇ ਕਿ ਜੀ ਇਹ ਤੇ ਸਾਨੂੰ ਸਮਝ ਹੀ ਨਹੀਂ ਪੈ ਰਹੀ, ਫਲਾਂ ਬੰਦਾ ਵੀ ਧੋਖਾ ਦੇ ਗਿਆ, ਅਸੀਂ ਉਹਨੂੰ ਲਾਇਆ ਸੀ ਇਸ ਕੰਮ ਤੇ, ਫਲਾਂ ਵੀ ਫੇਲ ਹੋ ਗਿਆ। ਮੇਰੇ ਖਿਆਲ 'ਚ ਜੋ ਉਹਨਾਂ ਦਾ ਇਨੀਸ਼ੀਅਲ ਅਸੈਸਮੈਂਟ ਹੈਗੀ ਸੀ ਸ਼ੁਰੂ 'ਚ, ਜੋ ਉਹਨਾਂ ਨੇ ਅਸੈਸ ਕੀਤਾ ਸੀ ਕਿ ਅਸੀਂ ਕਿਸ ਢੰਗ ਦੇ ਨਾਲ ਡੀਲ ਕਰਾਂਗੇ ਇਸ ਅੰਦੋਲਨ ਦੇ ਨਾਲ ਜਾਂ ਕਿਸਾਨਾਂ ਨਾਲ, ਉਹ ਟੋਟਲ ਉਹਨਾਂ ਦਾ ਫਲॉप ਹੋ ਗਿਆ, ਫੇਲ ਹੋ ਗਿਆ। ਉਹਨਾਂ ਨੂੰ ਹੁਣ ਇਹ ਸਮਝ ਨਹੀਂ ਪੈ ਰਹੀ ਕਿ ਇਹਨਾਂ ਨਾਲ ਡੀਲ ਕਿਵੇਂ ਕੀਤਾ ਜਾਏ। ਔਰ ਦੂਜੇ ਪਾਸੇ ਮੈਨੂੰ ਲੱਗਦਾ ਕਿ ਉਹਨਾਂ ਨੇ, ਬੀਜੇਪੀ ਨੇ ਜਾਂ ਸਰਕਾਰ ਨੇ ਇਸ ਮੁੱਦੇ ਨੂੰ ਇੰਨਾ ਵਕਾਰ ਵਾਲਾ ਆਪਣੇ ਲਈ ਬਣਾ ਲਿਆ ਜਿਹੜਾ ਕਿ ਲੋੜ ਨਹੀਂ ਸੀ ਬਣਾਉਣ ਦੀ, ਕਿ ਜੀ ਅਸੀਂ ਇਹ ਕਾਨੂੰਨ ਵਾਪਸ ਨਹੀਂ ਲੈਣੇ। ਸੋ ਮੈਨੂੰ ਜੋ ਨਜ਼ਰ ਆ ਰਿਹਾ, ਤੁਸੀਂ ਦੇਖੋ ਬੀਜੇਪੀ ਦੇ ਲੀਡਰਾਂ ਦਾ ਹਾਲ ਕੀ ਹੈਗਾ। ਪੰਜਾਬ 'ਚ ਚੋਰਾਂ ਵਾਂਗੂ ਲੁਕ ਕੇ ਜਾਂਦੇ ਨੇ, ਲੋਕਾਂ ਦੀਆਂ ਗੱਡੀਆਂ ਮੰਗ ਕੇ ਉਹਨਾਂ 'ਚ ਟਰੈਵਲ ਕਰਦੇ ਨੇ, ਡਰਦੇ ਨੇ, ਆਪਣੀਆਂ ਗੱਡੀਆਂ 'ਚ ਟਰੈਵਲ ਨਹੀਂ ਕਰ ਸਕਦੇ। ਪਬਲਿਕ ਦੇ ਵਿੱਚ ਜਾਣ ਤੋਂ ਜਿਹੜੀ ਲੀਡਰਸ਼ਿਪ ਇੰਨੀ ਡਰ ਰਹੀ ਹੈ ਔਰ ਇੰਨੀ ਘਬਰਾਹਟ 'ਚ ਹੈਗੀ ਹੈ, ਤੁਸੀਂ ਅੰਦਾਜ਼ਾ ਲਾਓ ਕਿ ਉਹ ਕੱਲ ਨੂੰ ਸਿਆਸਤ 'ਚ ਕਿਵੇਂ ਵਿਚਰ ਸਕਣਗੇ, ਕਿ ਉਹ ਕੱਲ ਨੂੰ ਸਿਆਸਤ ਕੰਟਰੀਬਿਊਟ ਕਰ ਸਕਣਗੇ। ਇਹ ਗੱਲਾਂ ਮੇਰੇ ਖਿਆਲ ਸਾਰੀਆਂ ਉਹਨਾਂ ਦੇ ਹਾਈ ਕਮਾਂਡ ਦੇ ਧਿਆਨ 'ਚ ਵੀ ਹੈਗੀਆਂ, ਪਰ ਮੈਨੂੰ ਲੱਗਦਾ ਕਿ ਅਜੇ ਉਹਨਾਂ ਨੂੰ ਕੋਈ ਇਹਦਾ ਰਸਤਾ ਨਜ਼ਰ ਨਹੀਂ ਆ ਰਿਹਾ। ਹਰ ਬੰਦੇ ਨੂੰ, ਜਾਣ ਵਾਲੇ ਸਿਆਸਤਦਾਨ ਨੂੰ, ਮੰਤਰੀ ਨੂੰ, ਪੰਜਾਬ ਦੇ ਨੂੰ, ਹਰ ਬੰਦੇ ਨੂੰ ਉਹ ਪੁੱਛ ਰਹੇ ਨੇ ਕਿ ਸਾਨੂੰ ਇਸ ਘੁੰਮਣ ਘੇਰੀ 'ਚੋਂ ਕੱਢੋ। ਥੈਂਕ ਯੂ ਵੈਰੀ ਮਚ। ਜਿਹੜਾ ਹੈ ਬਹੁਤ ਅਹਿਮ ਸਵਾਲ ਜਿਹੜਾ ਹੈਗਾ ਤੁਸੀਂ ਛੱਡ ਕੇ ਜਾ ਰਹੇ ਹੋ। ਪ੍ਰਾਸ਼ਾ ਜੀ, ਆਪਾਂ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਲਹਿਰਾਂ ਨੂੰ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉੱਠਦੀਆਂ, ਕਿਸ ਤਰ੍ਹਾਂ ਉਹਨਾਂ ਨਾਲ ਡੀਲ ਕੀਤਾ ਜਾਂਦਾ ਹੈ। ਜਿਹੜਾ ਕਿਸਾਨ ਅੰਦੋਲਨ ਹੈ ਇਹਦੇ 'ਚ 26 ਜਨਵਰੀ ਵੀ ਇੱਕ ਮੋੜ ਆਇਆ ਸੀ, ਜਿਸ ਤੋਂ ਬਾਅਦ 'ਚ 2-3 ਦਿਨ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਅੰਦੋਲਨ ਜਿਹੜਾ ਹੈਗਾ ਹੇਠਾਂ ਚਲਿਆ ਗਿਆ। ਹੁਣ ਜਿੱਦਾਂ ਕਿਸਾਨ ਮਹਾਪੰਚਾਇਤਾਂ ਨੂੰ ਆਪਾਂ ਹਰਿਆਣਾ ਦੇਖ ਰਹੇ ਹਾਂ, ਯੂਪੀ ਦੇਖਿਆ ਤੇ ਅੱਜ ਪੰਜਾਬ ਦੇ ਜਗਰਾਉਂ 'ਚ ਹੋ ਰਹੀ ਹੈ। ਇਸ ਤੋਂ ਲੱਗਦਾ ਹੈ ਕਿ ਜਿਹੜਾ ਕਿਸਾਨੀ ਅੰਦੋਲਨ 'ਚ ਇੱਕ ਨਵਾਂ ਵਾਰ ਹੈ ਪ੍ਰਾਸ਼ਾ ਜੀ, ਤੇ ਇਹਦਾ ਹੱਲ ਜਿਹੜਾ ਹੈਗਾ ਹੁਣ ਇਹਨੂੰ ਨਮਾ ਕੇ ਜਾਂ ਨੀਵਾਂ ਦਿਖਾ ਕੇ ਨਹੀਂ ਕੱਢਿਆ ਜਾ ਸਕਦਾ। ਇਸ ਮਸਲੇ ਦਾ ਕੋਈ ਨਾ ਕੋਈ ਹੱਲ ਬਰਾਬਰੀ ਦੇ ਪੱਧਰ ਤੇ ਆ ਕੇ ਪਾਰਲੀਮੈਂਟ ਦੇ ਅੰਦਰ ਟੀਚਰਾਂ ਕਰਕੇ ਇਸ ਅੰਦੋਲਨ ਨੂੰ ਮਸਲੇ ਦਾ ਹੱਲ ਨਹੀਂ ਹੋ ਸਕਦਾ ਘੱਟੋ ਘੱਟ। ਜੀ ਪ੍ਰਾਸ਼ਾ ਜੀ, ਤੁਸੀਂ ਗੱਲ ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ ਇਹ ਗੱਲ ਬੜੀ ਕਲੀਅਰ ਹੈ ਕਿ ਮੋਦੀ ਸਰਕਾਰ ਇਸ ਵੇਲੇ ਬੜੇ ਭਾਰੇ ਦਬਾਅ ਦੇ ਅੰਦਰ ਆਈ ਹੋਈ ਹੈ, ਔਰ ਸਿਰਫ ਇਸ ਕਰਕੇ ਨਹੀਂ ਕਿ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ, ਉਸ ਕਿਸਾਨ ਅੰਦੋਲਨ ਨੂੰ ਜਿਹੜੀ ਸਪੋਰਟ ਮਿਲ ਰਹੀ ਹੈ ਹਿੰਦੁਸਤਾਨ ਦੇ ਵਿੱਚ ਵੀ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ। ਦੇਖੋ ਜੋ ਬਾਈਡਨ ਐਡਮਿਨਿਸਟ੍ਰੇਸ਼ਨ, ਜਿਹਨੂੰ ਕਿ ਮੋਦੀ ਸਰਕਾਰ ਸਮਝਦੀ ਕਿ ਸਾਡੇ ਹੱਕ 'ਚ ਹੈ ਜਾਂ ਸਾਡੇ ਸਪੋਰਟਰ ਹੈ ਜਾਂ ਜੋ ਵੀ ਹੈ, ਉਹਨੇ ਵੀ ਇੱਥੇ ਦਾ ਕਹਿਤਾ ਹੈ ਕਿ ਕਿਸਾਨਾਂ ਨੂੰ ਆਪਣੀ ਡੈਮੋਕ੍ਰੈਟਿਕ ਗੱਲਬਾਤ ਕਹਿਣ ਲਈ ਪੂਰਾ ਹੱਕ ਹੈ। ਉਸ ਤੋਂ ਬਾਅਦ ਸਿੱਖ ਭਾਈਚਾਰਾ ਜਿਹੜਾ ਦੁਨੀਆ ਭਰ 'ਚ ਬੈਠਾ ਹੈ, ਉਹਨਾਂ ਨੇ ਟਾਈਮ ਤੋਂ ਮੋਦੀ ਸਰਕਾਰ ਨੂੰ ਇਹਦੇ ਤੇ ਬੈਠ ਕੇ ਇਹਨੂੰ ਇਹ ਕੋਈ ਚੰਗਾ ਸੁਚੱਜਾ ਢੰਗ ਨਾਲ ਇਹਨੂੰ ਹੱਲ ਕਰਨ ਦੀ ਸਲਾਹ ਦਿੱਤੀ ਹੈ। ਸਾਰਿਆਂ ਨੇ ਇਹੀ ਕਿਹਾ। ਇਹਦੇ ਕਰਕੇ ਮੋਦੀ ਸਰਕਾਰ ਆਪਣੇ ਆਪ ਨੂੰ ਚਾਰੋਂ ਪਾਸੇ ਘਿਰਿਆ ਮਹਿਸੂਸ ਕਰ ਰਹੀ ਹੈ, ਔਰ ਇਹੀ ਉਹਦਾ ਨਤੀਜਾ ਹੈ ਕਿ ਕੱਲ ਪ੍ਰਾਈਮ ਮਿਨਿਸਟਰ ਮੋਦੀ ਨੇ ਆਪਣੇ ਲਗਭਗ 1-1.25 ਘੰਟੇ ਦੇ ਇਹ ਬਿਆਨ ਦੇ ਵਿੱਚ ਜ਼ਿਆਦਾ ਜਿਹੜਾ ਹਿੱਸਾ ਸੀ ਉਹ ਇਸੇ ਦੇ ਉੱਤੇ ਲਗਾਇਆ ਕਿ ਕਿਸਾਨਾਂ ਦੇ ਕਿਸ ਤਰ੍ਹਾਂ ਜਿਹੜੇ ਆਪਾਂ ਨਵੇਂ ਕਾਨੂੰਨ ਬਣਾਏ ਹੈ, ਇਹ ਕਿਸ ਤਰ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਹੈ। ਇਹਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਜਿਹੜੀ ਕਲੌਜ਼ ਹੈ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਖੈਰ ਉਹਨਾਂ ਨੂੰ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨੇ ਵੀ ਸਾਧੇ ਹੈ। ਲੇਕਿਨ ਮੈਂ ਸਮਝਦਾ ਹਾਂ ਕਿ ਜਿਹੜੀ ਹੁਣ ਇੱਕ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਪੀਚ ਤੋਂ ਇੱਕ ਗੱਲ ਜਿਹੜੀ ਬੜੀ ਉੱਭਰ ਕੇ ਆਈ, ਉਹਨਾਂ ਨੇ ਸਾਫ਼ ਸ਼ਬਦਾਂ ਨਾਲ ਕਹਿਤਾ ਹੈ ਕਿ ਜਿਹੜੇ ਖੇਤੀ ਕਾਨੂੰਨ ਹੈਗੇ ਆ ਇਹ ਵਾਪਸ ਤਾਂ ਨਹੀਂ ਹੋ ਸਕਦੇ, ਲੇਕਿਨ ਇਹਦੇ ਵਿੱਚ ਅਗਰ ਸਾਡੇ ਕੋਲ ਕੋਈ ਗਲਤੀ ਹੈ ਤਾਂ ਸਾਨੂੰ ਆ ਕੇ ਦੱਸੋ ਕਿ ਫਲਾਨੀ ਕਲੌਜ਼ ਹੀ ਹੈ ਉਹ ਗਲਤ ਹੈ, ਔਰ ਅਸੀਂ ਉਹਨੂੰ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ, ਸਾਡੇ ਦਰਵਾਜ਼ੇ ਖੁੱਲ੍ਹੇ ਹੈ। ਦੂਜੇ ਪਾਸੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੇ ਇਹ ਜਿਹੜੇ ਤੁਹਾਡੇ ਤੇ ਕੋਈ ਇਹ ਕੰਪਲਸਰੀ ਨਹੀਂ ਹੈ, ਜੇ ਤੁਸੀਂ MSP ਚਾਹੁੰਦੇ ਹੋ MSP ਮਿਲੇਗਾ, MSP ਵਾਲੀ ਮੰਡੀ ਜਾਓ। ਔਰ ਦੂਜੀ ਆਪਸ਼ਨ ਹੈ ਵੈ ਕਿ ਜੇ ਤੁਸੀਂ ਕਾਰਪੋਰੇਟ ਵਾਲੀ ਜਾਣਾ ਹੈ ਜਾਂ ਮੰਡੀ ਤੋਂ ਬਾਹਰ ਵੇਚਣਾ ਤਾਂ ਉਹ ਵੀ ਤੁਹਾਡੇ ਲਈ ਇਹ ਆਪਸ਼ਨ ਹੈ, ਕੋਈ ਕੰਪਲਸਰੀ ਨਹੀਂ ਹੈ। ਹੁਣ ਮੈਂ ਸਮਝਦਾ ਹਾਂ ਕਿ ਇਹ ਸਮਾਂ ਆ ਗਿਆ ਹੈ ਕਿ ਦੋਨੋਂ ਸਾਈਡਾਂ ਨੂੰ, ਚਾਹੇ ਮੋਦੀ ਸਰਕਾਰ ਹੈ ਉਹ ਚਾਹੇ ਉਹ ਕਿਸਾਨ ਜਥੇਬੰਦੀਆਂ, ਇਹਨਾਂ ਨੂੰ ਕੋਈ ਵਿਚਲਾ ਰਸਤਾ ਲੱਭ ਕੇ ਫਲੈਕਸੀਬਲ ਅਪਰੋਚ
ਅਡਾਪਟ ਕਰਕੇ ਇਹ ਜਿਹੜਾ ਇੰਨਾ ਲੰਬਾ ਆਪਾਂ ਸਟਰਗਲ ਕੀਤੀ ਹੈ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਿੰਸੀਅਰਲੀ। ਇਹਨੂੰ ਹੋਰ ਖਿੱਚਣ ਦਾ ਫਾਇਦਾ ਕੋਈ ਨਹੀਂ ਹੈ। ਤੁਸੀਂ ਇਹ ਜੀ। ਦੇਖੋ ਕਿ 26 ਜਨਵਰੀ ਨੂੰ ਉੱਥੇ ਘਟਨਾ ਕੀ ਹੋਈ ਹੈ। ਇਹਦੇ ਵਿੱਚ ਦੈਟ ਮੀਨਸ ਕਿ ਜਿਹੜੇ ਹੋਰ ਐਲੀਮੈਂਟ ਹੈ ਉਹ ਚਾਹੇ ਉਹ ਸਰਕਾਰ ਵੱਲੋਂ ਆ ਰਹੇ ਹੈ, ਕੋਈ ਬਾਹਰੋਂ ਆ ਰਹੇ ਹੈ, ਕੋਈ ਸ਼ਰਾਰਤੀ 26 ਜਨਵਰੀ ਨੂੰ ਕਿਸ ਤਰ੍ਹਾਂ ਕੀਤਾ ਔਰ ਸਾਰਾ ਇੱਕ ਤਰ੍ਹਾਂ ਦਾ ਮੂਵਮੈਂਟ ਜਿਹੜੀ ਹੈ ਇੱਕ ਤਰ੍ਹਾਂ ਦੀ ਡਿਰੇਲ ਕਰਕੇ ਰੱਖਤੀ। ਇਹ ਤਾਂ ਹੁਣ ਕਿਸਾਨ ਯੂਨੀਅਨ ਦੀ ਉਹਨਾਂ ਦੀ ਲੀਡਰਸ਼ਿਪ ਦੀ ਹਿੰਮਤ ਹੈ ਨਾ ਕਿ ਉਹ ਇਹਨੂੰ ਮੁੜ ਕੇ ਰਿਵਾਈਵ ਕਰ ਰਹੇ ਆ, ਮਹਾਂ ਪੰਚਾਇਤਾਂ ਕਰ ਰਹੇ ਹੈ। ਔਰ ਮੈਂ ਸਮਝਦਾ ਇਸ ਤੋਂ ਸਭ ਤੋਂ ਜ਼ਿਆਦਾ ਜਿਹੜਾ ਇਹ ਕ੍ਰੈਡਿਟ ਹੈ ਉਹ ਰਾਕੇਸ਼ ਟਿਕੈਤ ਨੂੰ ਜਾਂਦਾ ਹੈ, ਜਿਨ੍ਹਾਂ ਨੇ ਕਿ ਇਹ ਆਪਣੇ ਇਹ ਦਿਲ ਦੀ ਵਿਅਥਾ ਕੈਮਰੇ ਦੇ ਉੱਤੇ ਬਿਆਨ ਕਰਕੇ ਲੋਕਾਂ ਨੂੰ ਨਾਲ ਜੋੜਿਆ ਔਰ ਮੁੜ ਕੇ ਮੂਵਮੈਂਟ ਸ਼ੁਰੂ ਹੋਈ ਹੈ। ਲੇਕਿਨ ਇਹ ਹੁਣ ਪੰਜਾਬ ਦੇ ਕਿਸਾਨ ਯੂਨੀਅਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹਦੀ ਜਿਹੜੀ ਲੀਡਰਸ਼ਿਪ ਹੈ ਉਹ ਹੁਣ ਉਹਨਾਂ ਦੇ ਨਾਲ ਜਿਹੜੀ ਬਰਾਬਰ ਦੀ ਟਿਕੈਤ ਦੀ ਲੀਡਰਸ਼ਿਪ ਵੀ ਉੱਭਰ ਰਹੀ ਹੈ। ਮੂਵਮੈਂਟ ਨੂੰ ਇੱਕ ਚੰਗੇ ਮੋੜ ਤੇ ਲਿਆ ਕੇ ਆਪਸੀ ਸੌਹਾਰਦਪੂਰਨ ਦੇ ਵਾਤਾਵਰਨ ਦੇ ਵਿੱਚ ਬੈਠ ਕੇ ਇਹਨੂੰ ਮਾਮਲੇ ਨੂੰ ਨਿਪਟਾਉਣ ਤੇ ਹੀ ਸਭ ਦੀ ਅੱਛੀ ਹੈ। ਔਰ ਤੀਜੀ ਗੱਲ ਇਹ ਹੈ ਕਿ ਇੱਕ ਬਾਰ-ਬਾਰ ਇੱਕ ਸਵਾਲ ਉੱਠਿਆ ਹੈ ਕਿ ਜੀ ਕੀ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦਾ ਹੱਕ ਹੈ ਕਿ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਮਝਦਾ ਹਾਂ ਕਿ ਕੇਂਦਰ ਸਰਕਾਰ ਇੰਨੀ ਆਬਟਿਊਜ਼ ਨਹੀਂ ਹੈ ਕਿ ਨਾਲ ਬਿਨਾਂ ਕਾਨੂੰਨ ਦੀ ਸਟੱਡੀ ਕੀਤੇ ਕਾਨੂੰਨ ਬਣਾ ਦੇ। ਦੂਜੀ ਗੱਲ ਇਹ ਹੈ ਕਿ ਜੇ ਕਿਸੇ ਨੂੰ ਲੱਗਦਾ ਹੈ ਤਾਂ ਬੜਾ ਆਸਾਨੀ ਨਾਲ ਕੋਈ ਸੁਪਰੀਮ ਕੋਰਟ ਨੂੰ ਅਪਰੋਚ ਕੀਤਾ ਜਾ ਸਕਦਾ ਹੈ। ਔਰ ਮੈਥੇ ਜਿੱਥੇ ਤੱਕ ਮੈਨੂੰ ਯਾਦ ਪੈਂਦਾ ਹੈ ਕਿਸੇ ਆਰਗੇਨਾਈਜੇਸ਼ਨ ਨੇ ਸੁਪਰੀਮ ਕੋਰਟ 'ਚ ਚੈਲੰਜ ਵੀ ਕੀਤਾ ਹੈ ਕਿ ਜੀ ਇਹ ਦੱਸਿਆ ਜਾਏ ਕਿ ਸੁਪਰੀਮ ਕੋਰਟ ਦੇ ਵਿੱਚ ਕਿ ਕੇਂਦਰ ਸਰਕਾਰ ਇਹ ਕਾਨੂੰਨ ਬਣਾ ਸਕਦੀ ਹੈ ਕਿਉਂਕਿ ਇਸ ਦੇ ਵਿੱਚ ਹੈ ਔਰ ਇਹਦੇ ਵਿੱਚ ਇਹ ਅਧਿਕਾਰ ਖੇਤਰ ਅਗਰ ਸਟੇਟਾਂ ਦੇ ਤਾਂ ਸਟੇਟ ਨੂੰ ਬਣਾਏ ਜਾਣੇ ਚਾਹੀਦੇ ਆ। ਤਾਂ ਇਹ ਮਸਲਾ ਵੀ ਅਗਰ ਸੁਪਰੀਮ ਕੋਰਟ ਤੋਂ ਜਾਂਦਾ ਹੈ ਤਾਂ ਉੱਥੇ ਇਹਦਾ ਹੱਲ ਨਿਕਲ ਸਕਦਾ ਹੈ। ਸਰ ਸੁਪਰੀਮ ਕੋਰਟ ਬਾਰੇ ਪ੍ਰਾਸ਼ੀ ਜੀ ਇੱਕ ਸਵਾਲ ਜਿਹੜਾ ਛੋਟਾ ਜਿਹਾ ਇੱਕ ਸਵਾਲ ਮੈਂ ਅੱਗੇ ਜਾਣ ਤੋਂ ਪਹਿਲਾਂ ਉਹ ਇਹ ਵੀ ਹੈ ਕਿ ਸੁਪਰੀਮ ਕੋਰਟ ਦੇ ਪਹਿਲਾਂ ਜਿਸ ਤਰ੍ਹਾਂ ਦੇ ਮੁੱਦੇ ਜਾਂਦੇ ਰਹੇ, ਆਪਾਂ ਐਸਵੀਐਲ ਦੀ ਗੱਲ ਕਰ ਲਈਏ, ਦੂਜੇ ਮੁੱਦਿਆਂ ਦੀ ਗੱਲ ਕਰ ਲਈਏ, ਕਿਸਾਨ ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ 20-30 ਸਾਲ ਤੋਂ ਦਹਾਕਿਆਂ ਬੱਧੀ ਉੱਥੇ ਮਾਮਲੇ ਪਏ ਰਹਿੰਦੇ ਹੈ। ਇਸ ਮਾਮਲੇ 'ਚ ਸੁਪਰੀਮ ਕੋਰਟ ਦਾ ਸਿੱਧੇ ਤੌਰ ਤੇ ਉਹਨਾਂ ਨੇ ਕਹਿ ਵੀ ਦਿੱਤਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਦਖਲ ਨਹੀਂ ਦਿਆਂਗੇ। ਕੇਂਦਰ ਨੇ ਕਹਿ ਦਿੱਤਾ ਕਿ ਅਸੀਂ ਤੁਹਾਡਾ ਦਖਲ ਮੰਨਾਂਗੇ ਨਹੀਂ। ਇਸ ਕਰਕੇ ਲੜਾਈ ਫੇਰ ਆ ਕੇ ਜਿਹੜੀ ਹੈਗੀ ਨਾ ਕੇਂਦਰ ਤੇ ਕਿਸਾਨਾਂ ਵਿਚਕਾਰ, ਇਹ ਮਸਲਾ ਤਾਂ ਲੱਗਦਾ ਕਿ ਕੇਂਦਰ ਸਰਕਾਰ ਨੂੰ ਹੀ ਹੱਲ ਕਰਨਾ ਪਏਗਾ ਜੀ। ਇਹ 'ਚ ਕੋਈ ਸ਼ੱਕ ਨਹੀਂ, ਲੇਕਿਨ ਆਮਣੇ ਸਾਹਮਣੇ ਗੱਲ ਹੋਏਗੀ, ਕੋਈ ਵਿਚਲੀ ਗਰਾਊਂਡ ਨਿਕਲੇਗੀ ਤਾਂ ਕੋਈ ਇਹਦਾ ਹੱਲ ਹੋਏਗਾ ਨਾ। ਹੁਣ ਮੈਂ ਐਸੀ ਕਰਕੇ ਬਾਰ-ਬਾਰ ਇਹੀ ਕਹਿ ਰਿਹਾ ਕਿ ਦੋਨੋਂ ਸਾਈਡਾਂ ਨੂੰ, ਸਰਕਾਰ ਨੂੰ ਵੀ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਕੋਈ ਵਿਚਲਾ ਰਾਹ ਫਲੈਕਸੀਬਿਲਿਟੀ ਅਡਾਪਟ ਕਰਕੇ ਲੱਭਣਾ ਪਏਗਾ ਤਾਂ ਹੀ ਇਹਦਾ ਹੱਲ ਹੋਏਗਾ। ਅਦਰਵਾਈਜ਼ ਦੇਖੋ ਪੰਜਾਬ ਦੇ ਲੋਕਾਂ ਨੇ ਇੰਨਾ ਸੰਤਾਪ ਭੋਗਿਆ ਔਰ ਆਪਾਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਹਾਲਾਤ ਫਿਰ ਮੁੜ ਕੇ ਵਿਗੜਨ ਔਰ ਇਹਦੇ ਜਿਹੜੇ ਕੋਈ ਸ਼ਰਾਰਤੀ ਤੱਤ ਹੈਗੇ ਇਹਦਾ ਫਾਇਦਾ ਉਠਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਦੂਜੇ ਪਾਸੇ ਲੈ ਕੇ ਜਾਣ। ਪੰਜਾਬ ਦੀ ਇਕਨੋਮੀ ਨੂੰ ਕਿਸਾਨਾਂ ਦੇ ਅੰਦੋਲਨ ਦੇ ਕਰਕੇ ਜਿਹੜੇ ਰੇਲ ਰੋਕੋ ਹੋਇਆ ਜਾਂ ਸੜਕ ਰੋਕੋ ਹੋਇਆ, ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਹੋਇਆ। ਅਗਰ ਹੁਣ ਦੁਬਾਰਾ ਤੇ ਰੇਲ ਹੁੰਦੇ ਆ, ਟੋਲ ਪਲਾਜ਼ਾ ਸ਼ੁਰੂ ਹੁੰਦੇ ਆ ਤਾਂ ਆਪਾਂ ਹੁਣ ਕਿਸਾਨ ਦੀ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਹ ਪਹਿਲੀ ਲੜਖੜਾਉਂਦੀ ਫਿਰਦੀ ਹੈ, ਫਿਰ ਮੇਰੇ ਖਿਆਲ ਬਿਲਕੁਲ ਢਾਟੇਰੀ ਹੋ ਜਾਣੀ ਹੈ। ਥੈਂਕ ਯੂ ਜੀ, ਥੈਂਕ ਯੂ ਪ੍ਰਾਸ਼ੀ ਜੀ। ਮੈਂ ਮਲਵਿੰਦਰ ਕਾਂਗਵਾਲ ਸਵਾਲ ਲੈਣ ਲੱਗਿਆ। ਜਿਸ ਤਰ੍ਹਾਂ ਪ੍ਰਾਸ਼ੀ ਜੀ ਤੁਸੀਂ ਕਹਿ ਰਹੇ ਹੋ ਬਿਲਕੁਲ ਅਰਥ ਵਿਵਸਥਾ ਦੀ ਜਦੋਂ ਗੱਲ ਕਰਦੇ ਹਾਂ, ਜੇ ਆਪਾਂ ਕਿਸਾਨਾਂ ਨਾਲ ਗੱਲ ਕਰਦੇ ਹਾਂ ਤਾਂ ਕਿਸਾਨ ਕਹਿੰਦੇ ਆ ਕਿ ਜਿਹੜਾ ਅਸੀਂ ਟਰੈਕਟਰ ਦਿੱਲੀ ਲੈ ਕੇ ਜਾ ਰਹੇ ਹਾਂ, ਘੱਟੋ ਘੱਟ ਉਹਦਾ ਆਉਣ ਜਾਣ ਦਾ ਡੀਜ਼ਲ ਲੈ ਲਓ, ਬੰਦਿਆਂ ਦੀਆਂ ਦਿਹਾੜੀਆਂ ਗਿਣ ਲਓ। ਇਸੇ ਤਰੀਕੇ ਨਾਲ ਜੇ ਕੋਈ ਦਿੱਲੀ ਨਹੀਂ ਵੀ ਜਾਂਦਾ, ਆਪਣੇ ਜ਼ਿਲ੍ਹਾ ਹੈੱਡਕੁਆਟਰ ਤੇ ਜਾਂਦਾ ਹੈ, ਤਹਿਸੀਲ ਹੈੱਡਕੁਆਟਰ ਤੇ ਜਾਂਦਾ ਹੈ, ਉਹਦਾ ਜਿਹੜਾ ਟਰੈਕਟਰ 'ਚ ਆਉਣ ਜਾਣ ਦਾ ਤੇਲ ਤੇ ਜਿਹੜੇ ਲੋਕ ਜਾਂਦੇ ਆ, ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਿਹਾ। ਇਸ ਕਰਕੇ ਨੁਕਸਾਨ ਤਾਂ ਕਿਸਾਨਾਂ ਦਾ ਵੀ ਬਹੁਤ ਵੱਡੀ ਪੱਧਰ ਤੇ ਹੈ। ਇਹ ਮਜਬੂਰੀਆਂ ਹੈਗੀਆਂ ਕਿ ਲੜਾਈ ਲੜਨੀ ਪੈ ਰਹੀ ਹੈ ਕਿਸਾਨਾਂ ਨੂੰ, ਇਹਦਾ ਹੱਲ ਨਿਕਲਣਾ ਚਾਹੀਦਾ ਹੈ। ਬਲਵਿੰਦਰ ਕੰਗ ਜੀ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਤੁਸੀਂ ਸਿੱਧੇ ਤੌਰ ਤੇ ਹੁਣ ਕਿਸਾਨ ਮਹਾਂ ਪੰਚਾਇਤਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਿਸ ਤਰੀਕੇ ਨਾਲ ਆਵਾਰ ਹੈ, ਲੱਗਦਾ ਹੈ ਕਿ ਕਿਸਾਨ ਅੰਦੋਲਨ ਮੁੜ ਕੇ ਜਿਹੜਾ ਹੈਗਾ ਆਪਣੇ ਪੂਰੇ ਰੌਂਚ ਖੜਾ ਨਜ਼ਰ ਆ ਰਿਹਾ ਜੀ। ਕੰਗ ਸਾਹਿਬ ਦੇਖੋ ਸੁਨੀਲ ਸਾਹਿਬ, ਗੱਲ ਇਹ ਆ ਸਾਰੀ ਐਸਪੈਕਟਸ ਨੂੰ ਆਪਾਂ ਜਦੋਂ ਦੇਖਦੇ ਹਾਂ, ਪਿਛਲੇ 6 ਸਾਲਾਂ ਦੀ ਮੋਦੀ ਸਾਹਿਬ ਦੀ ਕਾਰਗੁਜ਼ਾਰੀ ਨੂੰ ਦੇਖੋ ਬੜੀਆਂ ਉਮੀਦਾਂ ਨਾਲ ਲੋਕਾਂ ਨੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਇਸ ਮੁਲਕ ਦਾ, ਔਰ ਉਹਨਾਂ ਨੂੰ ਬਹੁਤ ਵੱਡੀ ਮਜੋਰਟੀ ਨਾਲ ਜਿਤਾਇਆ ਗਿਆ ਸੀ। ਲੇਕਿਨ ਜਿਸ ਤਰੀਕੇ ਨਾਲ ਇੱਕ ਚਾਹੇ ਉਹ ਇਕਨੋਮਿਕ ਪਾਲਿਸੀ ਹੈ, ਚਾਹੇ ਫੋਰਨ ਪਾਲਿਸੀ ਹੈ, ਚਾਹੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਹੈ,
ਹਰੇਕ ਫਰੰਟ ਤੇ ਮੋਦੀ ਸਰਕਾਰ ਜਿਸ ਤਰੀਕੇ ਨਾਲ ਜੁਮਲੇਬਾਜ਼ੀ ਵਾਲੀ ਸਰਕਾਰ ਸਾਬਿਤ ਹੋਈ ਹੈ, ਉਸ ਤਰੀਕੇ ਨਾਲ ਲੋਕਾਂ 'ਚ ਇੱਕ ਨਿਰਾਸ਼ਤਾ ਜਿਹੜੀ ਹੈ ਲਗਾਤਾਰ ਵੱਧਦੀ ਗਈ। ਇੱਕ ਤੋਂ ਬਾਅਦ ਇੱਕ, ਚਾਹੇ ਉਹ ਟੈਲੀਕਾਮ ਹੈ, ਚਾਹੇ ਰੇਲਵੇ ਆ, ਚਾਹੇ ਡਿਫੈਂਸ ਸੈਕਟਰ ਹੈ, ਇੱਕ ਤੋਂ ਬਾਅਦ ਇੱਕ ਸਾਰੇ ਹੀ ਸੈਕਟਰਸ ਨੂੰ ਜਿਸ ਤਰੀਕੇ ਨਾਲ ਪ੍ਰਾਈਵੇਟਾਈਜੇਸ਼ਨ ਕਰਨ ਦਾ ਇੱਕ ਉਪਰਾਲਾ, ਇੱਕ ਮੁਹਿੰਮ ਵਿੰਡਤੀ ਮੋਦੀ ਸਾਹਿਬ ਨੇ, ਔਰ ਆਪਣੇ ਆਪ ਨੂੰ ਹਰੇਕ ਪਾਸੇ ਤੋਂ ਹਰੇਕ ਇੰਸਟੀਟਿਊਸ਼ਨ ਜਿਹੜਾ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਸੀ ਉਹਦੇ 'ਚ ਦਖਲਅੰਦਾਜ਼ੀ ਇਸ ਤਰੀਕੇ ਨਾਲ ਵਧਾਤੀ ਕਿ ਲੋਕਾਂ 'ਚ ਜਿਹੜਾ ਨਾਰਾਜ਼ਗੀ ਔਰ ਨਿਰਾਸ਼ਤਾ ਉਹ ਲਗਾਤਾਰ ਵੱਧਦੀ ਗਈ। ਹੁਣ ਰੀਸੈਂਟਲੀ ਅੱਜ ਹਾਲਾਤ ਦੇਖੋ, ਅੱਜ ਪੈਟਰੋਲ ਜਿਹੜਾ 90 ਤੋਂ ਉੱਪਰ ਚਲੇ ਗਿਆ, ਡੀਜ਼ਲ 80 ਤੋਂ ਉੱਪਰ ਚਲੇ ਗਿਆ, ਗੈਸ ਤੇ ਰੇਟ ਦੇਖ ਲਓ, ਆਪਣਾ ਰੇਲਵੇ ਦੇ ਜਿਹੜੇ ਪਲੇਟਫਾਰਮ ਟਿਕਟ ਸੀ ਉਹ 10 ਰੁਪਏ ਤੋਂ 50 ਰੁਪਏ, ਉਹ ਜਿਸ ਤਰੀਕੇ ਨਾਲ ਹਰੇਕ ਮੁੱਦੇ ਤੇ ਪਿਛੜੇ ਆ। ਔਰ ਅੱਜ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜਾ ਐਗਰੀਕਲਚਰ ਸੈਕਟਰ ਹੈ ਉਹਦਾ 60% ਦੇਸ਼ ਦੀ ਆਬਾਦੀ ਦਾ ਜਿਹੜਾ ਉੱਥੇ ਹਿੱਸਾ ਉੱਤੇ ਡਿਪੈਂਡ ਕਰਦਾ, ਉਹਨੂੰ ਵੀ ਇਹਨਾਂ ਨੇ ਆਪਣੇ ਦੋ ਸਾਥੀਆਂ ਨਾਲ, ਅਡਾਨੀ ਔਰ ਅੰਬਾਨੀ, ਦੋ ਗੁਜਰਾਤੀ ਲੋਕ, ਇੱਕ ਅੱਜ ਬੀਜੇਪੀ ਜਿਹੜੀ ਪਾਰਟੀ ਵਿਦ ਡਿਫਰੈਂਸ ਦਾ ਨਾਰਾ ਲਾਉਂਦੀ ਸੀ, ਉਹ ਦੋ ਲੋਕਾਂ ਤੱਕ ਸਿਮਟ ਕੇ ਰਹਿ ਗਈ। ਡੈਮੋਕ੍ਰੈਟਿਕ ਜਿਹੜਾ ਇਹਨਾਂ ਦਾ ਚਲਨ ਸੀ ਉਹ ਖਤਮ ਹੋ ਗਿਆ। ਅੱਜ ਕਾਰਪੋਰੇਟ ਦੇ ਹੱਥਾਂ 'ਚ ਐਗਰੀਕਲਚਰ ਨੂੰ ਦੇਣ ਦਾ, ਐਗਰੀਕਲਚਰ ਪ੍ਰੋਡਕਟ, ਫੂਡ ਪ੍ਰੋਡਕਟ ਨੂੰ ਦੇਣ ਦੀ ਜਿਹੜੀ ਇਹ ਦੇਣ ਵਾਸਤੇ ਜਿਹੜੇ ਕਾਨੂੰਨ ਲਿਆਂਦੇ ਗਏ, ਉਹ ਲਿਆਂਦੇ ਵੀ ਕਦੋਂ ਗਏ? ਜਦੋਂ ਦੇਸ਼ ਸਾਰਾ ਹੈ ਉਹ ਕੋਵਿਡ ਦੀ ਮਾਰ ਦੇ ਹੇਠਾਂ ਮੁਸ਼ਕਲਾਂ 'ਚੋਂ ਨਿਕਲ ਰਿਹਾ ਔਰ ਲੋਕਾਂ ਦੀ ਆਵਾਜਾਈ ਬੰਦ ਹੈ। ਔਰ ਉਸ ਚੋਰ ਦਰਵਾਜ਼ੇ ਨਾਲ ਜਿਹੜੀ ਕਾਲੀ ਕੀਤੀ ਹੈ ਮੋਦੀ ਸਾਹਿਬ ਨੇ, ਉਹ ਲੋਕਾਂ ਦੇ ਸ਼ੱਕ ਹੋਣੇ ਸੁਭਾਵਿਕ ਸੀ। ਅੱਜ ਦੇਖੋ ਜੇ 6 ਮਹੀਨੇ ਤੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਸ਼ਾਂਤੀ ਨਾਲ ਬੜੇ ਪੀਸਫੁਲੀ ਸਾਰੇ ਇਸ ਡੈਮੋਕ੍ਰੈਟਿਕ ਤਰੀਕੇ ਨਾਲ ਐਜੀਟੇਸ਼ਨ ਨੂੰ ਵਧਾਇਆ, ਤੇ ਮੋਦੀ ਸਾਹਿਬ ਨੇ ਪਹਿਲੇ ਦਿਨ ਤੋਂ ਮੋਦੀ ਸਾਹਿਬ ਦੀ ਸਰਕਾਰ ਔਰ ਇਹਨਾਂ ਦੇ ਲੀਡਰ ਉਹਨੂੰ ਡੀਫੇਮ ਕਰਨ ਦਾ ਕੋਸ਼ਿਸ਼ ਕਰ ਰਿਹਾ। ਪਿਊਸ਼ ਗੋਇਲ ਹੋਣ, ਖੱਟੜ ਸਾਹਿਬ ਹੋਣ, ਜਾਂ ਜਿੰਨੇ ਵੀ ਇਹਨਾਂ ਦੇ ਵੱਡੇ ਲੀਡਰ ਹੈ, ਰੋਜ਼ਾਨਾ ਉਹਨਾਂ ਨੇ ਨਵਾਂ ਸਲੋਗਨ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ। ਕਿਸਾਨਾਂ ਦੀ ਤੇ ਸਿੱਧੀ ਮੰਗ ਹੈ ਵੀ ਤਿੰਨੇ ਜਿਹੜੇ ਕਾਨੂੰਨ ਹੈ ਉਹ ਵਾਪਸ ਲੈ ਲਓ, ਤੇ ਜਿਹੜੀ MSP ਆ, ਔਰ ਇਸ MSP ਬਾਰੇ 2011 ਚ ਮੁੱਖ ਮੰਤਰੀ ਹੁੰਦਿਆਂ ਜਿਹੜੇ ਮੋਦੀ ਸਾਹਿਬ ਹੈ ਉਹ ਆਪ ਰਿਕਮੈਂਡ ਕਰ ਚੁੱਕੇ ਆ ਉਸ ਟਾਈਮ ਡਾਕਟਰ ਮਨਮੋਹਨ ਸਿੰਘ ਨੂੰ ਕਿ ਜਿਹੜੀ MSP ਹੈ, ਮਿਨੀਮਮ ਸਪੋਰਟਸ ਪ੍ਰਾਈਸ ਹੈ, ਇਹ ਇੱਕ ਸਟ੍ਰਕਚਰੀ ਜਿਹੜਾ ਹੈ ਲੀਗਲ ਰਾਈਟ ਕਿਸਾਨ ਦਾ ਬਣਨਾ ਚਾਹੀਦਾ। ਅੱਜ ਦੇਖੋ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ ਔਰ ਦੇਸ਼ ਦਾ ਮੁਖੀਆ, ਦੇਸ਼ ਦਾ ਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਖੜ ਕੇ ਡੈਮੋਕ੍ਰੇਸੀ ਦੇ ਸਭ ਤੋਂ ਵੱਡੇ ਮੰਦਰ 'ਚ ਖੜ ਕੇ ਤਾੜੀਆਂ ਮਾਰ ਕੇ ਉਹਨਾਂ ਦਾ ਮਜ਼ਾਕ ਉਡਾਉਂਦਾ ਹੈ। ਕਿਸ ਤਰੀਕੇ ਨਾਲ ਅੰਦੋਲਨਕਾਰੀਆਂ ਦਾ ਮਜ਼ਾਕ ਉਡਾਇਆ ਜਾ ਰਿਹਾ, ਇਹ ਆਪਣੇ ਆਪ 'ਚ ਬੜਾ ਅਨਫੋਰਚੂਨੇਟ, ਦੁਖਦਾਈ ਹੈ। ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਸੰਵੇਦਨਹੀਨਤਾ, ਤਾਨਾਸ਼ਾਹੀ ਰਵੱਈਆ, ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ। ਸਿੱਧੂ ਸਾਹਿਬ, ਜਿਹੜਾ ਇਹ ਮਹਾਪੰਚਾਇਤ ਵਾਲਾ ਕੰਸੈਪਟ ਸ਼ੁਰੂ ਹੋਇਆ ਹੈ, ਇਹ ਲੋਕਾਂ ਨੇ ਤੈਅ ਕਰ ਲਿਆ। ਕਿਸਾਨਾਂ ਨੂੰ ਪਹਿਲਾਂ ਲੱਗਦਾ ਸੀ ਵੀ ਇਹ ਸਰਕਾਰ ਇਸ ਤਰੀਕੇ ਨਾਲ ਬੇਦਰਦ ਔਰ ਬੇਸ਼ਰਮ ਨਹੀਂ ਹੋ ਸਕਦੀ, ਲੇਕਿਨ ਦੇਸ਼ ਦਾ ਮੁਖੀਆ ਜਦੋਂ ਪਾਰਲੀਮੈਂਟ 'ਚ ਖੜ ਕੇ ਡੀਫੇਮ ਕਰੂਗਾ ਕਿਸਾਨਾਂ ਨੂੰ, ਔਰ ਪ੍ਰਧਾਨ ਮੰਤਰੀ ਔਰ ਉਹਦੀ ਸਰਕਾਰ ਪਹਿਲੇ ਦਿਨ ਤੋਂ ਹੀ ਇਹਨੂੰ ਪੰਜਾਬੀਆਂ ਦਾ ਔਰ ਸਿੱਖਾਂ ਦਾ ਅੰਦੋਲਨ ਸਾਬਿਤ ਕਰਨ ਤੇ ਤੁਲੀ ਹੋਈ ਹੈ। ਅੱਜ ਤੋਂ ਹਰਿਆਣੇ 'ਚ ਵੀ ਕਿਸੇ ਵੀ BJP MLA ਔਰ ਮਿਨਿਸਟਰ ਨੂੰ ਉੱਥੇ ਜਿਹੜਾ ਤੁਰਨ ਨਹੀਂ ਦਿੱਤਾ ਜਾਂਦਾ, ਉਹਨਾਂ ਦੇ ਪ੍ਰੋਗਰਾਮ ਨਹੀਂ ਕਰਨ ਦਿੱਤੇ ਜਾ ਰਹੇ। UP 'ਚ ਕੋਈ BJP ਦਾ ਲੀਡਰ ਨਹੀਂ, RSS ਔਰ BJP ਦੇ ਵੱਡੇ ਲੀਡਰ ਅੰਦਰੋਂ ਵਿਰੋਧ ਕਰਨ ਲੱਗ ਗਏ ਆ। ਇਸ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਤਾਨਾਸ਼ਾਹੀ ਰਵੱਈਆ, ਕਿਉਂਕਿ ਉਹਨਾਂ ਦੇ BJP IT ਸੈੱਲ ਔਰ ਦੇਸ਼ ਦੇ ਨੈਸ਼ਨਲ ਮੀਡੀਆ ਨੇ ਜਿਸ ਤਰੀਕੇ ਨਾਲ ਗੈਰ ਜ਼ਿੰਮੇਵਾਰਾਨਾ ਰੋਲ ਅਦਾ ਕੀਤਾ ਪਿਛਲੇ ਦਿਨਾਂ 'ਚ, ਉਹਦੇ ਕਰਕੇ ਹਾਲਾਤ ਇਹ ਬਣ ਗਏ ਆ ਵੀ ਕਿਸਾਨ ਜਿਹੜੇ ਆ ਹੁਣ ਉਹਨਾਂ ਨੇ ਨਵੇਂ ਸਿਰੇ ਤੋਂ ਜਿਹੜਾ ਇਹ ਪੰਚਾਇਤੀ ਸਿਸਟਮ, ਮਹਾਪੰਚਾਇਤਾਂ, ਜਿਹੜੇ ਲੋਕ ਹਜੇ ਪਿੰਡਾਂ 'ਚ ਬੈਠੇ ਉਹਨਾਂ ਨੂੰ ਜਿਹੜਾ ਹੈਗਾ ਇਕੱਠਾ ਕਰਨ ਦਾ ਕੰਮ, ਉਹਨਾਂ ਨੂੰ ਜਾਗਰੂਕ ਕਰਨ ਦਾ ਕੰਮ, ਕਿਉਂਕਿ ਉਹ ਲੜਾਈ ਲੰਬੀ ਆ ਔਰ ਇਹਦੇ 'ਚ ਅਲਟੀਮੇਟਲੀ ਜਮਹੂਰੀਅਤ 'ਚ, ਡੈਮੋਕ੍ਰੇਸੀ 'ਚ ਸਿੱਧੂ ਸਾਹਿਬ ਹਮੇਸ਼ਾ ਲੋਕਾਂ ਦੀ ਜਿੱਤ ਹੁੰਦੀ ਆ। ਦੂਸਰਾ ਜਿਹੜਾ ਐਸਪੈਕਟ ਹੈ ਇਹਦਾ ਕਿ ਅਖੇ ਜੀ ਇਹ ਤੇ ਸੂਬਿਆਂ ਦਾ ਅਧਿਕਾਰ ਹੈ ਔਰ ਆਪਣੇ ਪ੍ਰਾਸ਼ਰ ਸਾਹਿਬ ਵੀ ਕਹਿ ਰਹੇ ਸੀ ਸੁਪਰੀਮ ਕੋਰਟ 'ਚ ਜਾਣਾ ਚਾਹੀਦਾ। ਸੁਪਰੀਮ ਕੋਰਟ ਹੋਵੇ ਚਾਹੇ ਦੂਜੇ ਇੰਸਟੀਟਿਊਸ਼ਨ ਹੋਣ, ਉਹਨਾਂ ਦੀ ਕ੍ਰੈਡੀਬਿਲਿਟੀ 'ਚ ਇੰਨੀ ਗਿਰਾਵਟ ਆ ਗਈ ਆ। ਮਾਣਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਉਹਨਾਂ ਲੋਕਾਂ ਨੂੰ ਕਿਸਾਨਾਂ ਦੀ ਕਮੇਟੀ ਸ਼ਾਮਿਲ ਕਰ ਰਹੇ ਆ, ਅਸ਼ੋਕ ਗੁਲਾਟੀ ਵਰਗੇ, ਜਿਹੜੇ ਲਗਾਤਾਰ ਹੀ ਇਹ ਕਾਨੂੰਨਾਂ ਦਾ ਜਿਹੜਾ ਹੈਗਾ ਲਗਾਤਾਰ ਸਪੋਰਟ ਕਰਦੇ ਰਹੇ, ਇਹਨਾਂ ਦੀ ਵਕਾਲਤ ਕਰਦੇ ਰਹੇ ਔਰ ਕਿਸਾਨੀ ਦਾ ਵਿਰੋਧ ਕਰਦੇ ਰਹੇ।
ਤੇ ਸੁਪਰੀਮ ਕੋਰਟ ਤੋਂ ਵੀ ਜਸਟਿਸ ਦੀ ਕਿਸ ਤਰ੍ਹਾਂ ਆਪਾਂ ਉਮੀਦ ਕਰ ਸਕਦੇ ਹਾਂ? ਲੋਕਾਂ 'ਚ ਜਿਹੜੀ ਆ, ਦੇਸ਼ ਦੇ ਲੋਕਾਂ 'ਚ ਜਿਹੜਾ ਇੰਸਟੀਟਿਊਸ਼ਨਾਂ ਦੇ ਪ੍ਰਤੀ, ਉਹਨਾਂ ਦੀ ਕ੍ਰੈਡੀਬਿਲਿਟੀ ਦੇ ਪ੍ਰਤੀ ਜਿਹੜੀ ਨਾਰਾਜ਼ਗੀ ਤੇ ਨਿਰਾਸ਼ਤਾ, ਅਵਿਸ਼ਵਾਸ ਦੀ ਜਿਹੜੀ ਭਾਵਨਾ ਪੈਦਾ ਹੋ ਗਈ ਆ, ਉਹਦੇ ਕਰਕੇ ਲੋਕ ਲਾਮਬੰਦ ਹੋ ਗਏ ਆ। ਇਹ ਦੇਸ਼ ਦੀ ਆਜ਼ਾਦੀ ਜਿਹੜੀ ਲੜਾਈ ਸੀ, ਉਸ ਤੋਂ ਬਾਅਦ ਮੈਨੂੰ ਲੱਗਦਾ ਸਭ ਤੋਂ ਵੱਡੀ ਜਿਹੜੀ ਲੜਾਈ ਆ ਉਹ ਵਿੱਢਤੀ ਆ ਲੋਕਾਂ ਨੇ, ਕਿਉਂਕਿ ਅੱਜ ਕਿਸਾਨ ਦੇ ਹੀ ਹੋਣ ਦਾ ਸਵਾਲ ਹੈ। ਅੱਜ ਜਿਹੜੇ ਆਮ ਸਧਾਰਨ ਨਾਗਰਿਕ ਹੈ, ਉਹਨੂੰ ਜਿਹੜੇ ਉਹਦੇ ਫੂਡ ਪ੍ਰੋਡਕਟਾਂ ਤੇ ਕਿਸ ਤਰੀਕੇ ਨਾਲ ਸਰਕਾਰ ਪ੍ਰਾਈਵੇਟ ਕਰਕੇ ਉਹਨਾਂ ਦਾ ਮਹਿੰਗਾਈ ਜਿਹੜੀ ਵਧੂਗੀ, ਉਸ ਤੋਂ ਬਚਾਉਣ ਵਾਸਤੇ ਆਮ ਬੰਦਾ ਰੋਟੀ ਦੋ ਵਕਤ ਹੀ ਖਾ ਸਕੇ, ਉਹਨੂੰ ਬਚਾਉਣ ਦੀ ਲੜਾਈ ਆ। ਇਸ ਕਰਕੇ ਕਿਸਾਨਾਂ ਨੇ ਇਹ ਮਹਾ ਪੰਚਾਇਤ ਦੇ ਰਾਹੀਂ ਦੁਬਾਰਾ ਆਪਣੇ ਆਪ ਨੂੰ ਲਾਮਬੰਦ ਕੀਤਾ ਹੈ। ਸੁਨੇਹਾ ਦਿੱਤਾ ਜੀ ਡੈਮੋਕ੍ਰੇਸੀ ਤੇ ਇੱਕ ਵਧੀਆ ਸਾਈਨ ਹੈ। ਥੈਂਕ ਯੂ ਕੰਗ ਸਾਹਿਬ। ਹੁਣ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਦੇਸੇ ਮੁੱਦੇ ਤੇ ਆ ਰਹੇ ਵਾਪਸ। ਕਿਸਾਨੀ ਅੰਦੋਲਨ ਤੇ ਕਿਸਾਨ ਮਹਾ ਪੰਚਾਇਤਾਂ ਕਿਸ ਤਰ੍ਹਾਂ ਦਾ ਨਵਾਂ ਉਭਾਰ ਹੈ ਤੇ ਕਿਹੋ ਜਿਹੀਆਂ ਰਾਸ਼ਟਰੀ ਪ੍ਰਸਥਿਤੀਆਂ, ਇਹਨਾਂ ਸਾਰੇ ਮੁੱਦਿਆਂ ਤੇ ਕਰਾਂਗੇ ਚਰਚਾ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਹਰਕਮਲ ਜੀ, ਕਿਸਾਨ ਅੰਦੋਲਨ ਕਰਕੇ ਜਿਸ ਤਰ੍ਹਾਂ ਦੀਆਂ ਰਾਸ਼ਟਰੀ ਪ੍ਰਸਥਿਤੀਆਂ ਬਣੀਆਂ, ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ, ਕੈਪਟਨ ਅਮਰਿੰਦਰ ਦੀ ਸਰਕਾਰ ਦੀ ਗੱਲ ਕਰ ਲਈਏ, ਆਮ ਆਦਮੀ ਦੀ ਗੱਲ ਕਰ ਲਈਏ, ਇਹਨਾਂ ਰਾਸ਼ਟਰੀ ਤਰ੍ਹਾਂ ਦੇ ਆਗੂਆਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਹਨਾਂ ਦੇ ਪੈਰਾਂ ਹੇਠ ਜ਼ਮੀਨ ਕਿੱਥੇ ਹੈ। ਸ਼ਾਇਦ ਇਹੋ ਜਿਹੀਆਂ ਪ੍ਰਸਥਿਤੀਆਂ ਦੇ ਅੰਦਰ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ, ਉਸਨੇ ਨਵਜੋਤ ਸਿੱਧੂ ਨੂੰ ਬੁਲਾਇਆ ਤਾਂ ਕਿ ਬੁਲਾ ਕੇ ਕੋਈ ਨਵੀਂ ਜ਼ਿੰਮੇਵਾਰੀ ਆਉਣ ਵਾਲੇ ਦਿਨਾਂ ਦਿੱਤੀ ਜਾ ਸਕੇ, ਤਾਂ ਕਿ ਪੰਜਾਬ ਦੇ ਅੰਦਰ ਕਾਂਗਰਸ ਨੂੰ ਸੰਭਾਲਿਆ ਜਾ ਸਕੇ ਮੌਜੂਦਾ ਪ੍ਰਸਥਿਤੀਆਂ 'ਚ। ਕਿਵੇਂ ਲੱਗਦਾ ਹੈ ਕਿ ਇਸ ਕਿਸਾਨ ਅੰਦੋਲਨ ਨੇ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ, ਸਿੱਧੇ ਤੌਰ ਤੇ ਖੇਤੀ ਕਾਨੂੰਨ ਰੱਦ ਕਰਾਉਣੇ ਆਪਣੀ ਜਗ੍ਹਾ ਤੇ ਹੈ, ਪਰ ਜੋ ਪ੍ਰਸਥਿਤੀਆਂ ਬਣੀਆਂ ਉਹਨਾਂ ਰਾਸ਼ਟਰੀ ਤਰ੍ਹਾਂ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਬਣ ਗਈਆਂ। ਕੌਣ ਜੀ ਕਿਵੇਂ ਦੇਖ ਰਹੇ ਹੋ? ਔਰ ਉਸ ਪ੍ਰਸਥਿਤੀ 'ਚ ਜਦੋਂ ਨਵਜੋਤ ਸਿੱਧੂ ਨੂੰ ਬੁਲਾਇਆ ਗਿਆ ਪਾਰਟੀ ਦੀ ਹਾਈ ਕਮਾਂਡ ਵੱਲੋਂ। ਜਗਤਾਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ। ਇਸ ਅੰਦੋਲਨ ਕਰਕੇ ਜਿਸ ਢੰਗ ਦੇ ਨਾਲ ਸਮੁੱਚਾ ਪੰਜਾਬ ਔਰ ਪੰਜਾਬ ਦੀ ਪੈਜੈਂਟਰੀ ਆਪਣੇ ਆਪ ਨੂੰ ਉਹਨਾਂ ਨੇ ਜਿਵੇਂ ਅੰਦੋਲਨ ਦੇ ਵਿੱਚ ਇਨਵੋਲਵ ਕਰ ਲਿਆ, ਉਹਦੇ ਤੋਂ ਬਾਅਦ ਸਾਡੀਆਂ ਸਾਰੀਆਂ ਰਾਜਸੀ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਇਹ ਸਮਝ ਨਹੀਂ ਪੈ ਰਹੀ ਕਿ ਜੇ ਕਿਸਾਨੀ ਸਾਡੇ ਨਾਲ ਨਹੀਂ ਹੈਗੀ ਤੇ ਸਾਡੇ ਨਾਲ ਕੌਣ ਹੈਗਾ। ਮੈਨੂੰ ਲੱਗਦਾ ਕਿ ਇਹ ਇੱਕ ਜਿਹੜੀ ਸੋਚ ਹੈਗੀ ਹੈ ਸਾਰੀਆਂ ਪਾਰਟੀਆਂ ਤੇ ਬਹੁਤ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ, ਉਹਨਾਂ ਤੇ ਬਹੁਤ ਹਾਵੀ ਹੈਗੀ ਹੈ। ਔਰ ਤੁਸੀਂ ਦੇਖੋ ਕਿ ਪਿਛਲੇ ਕੁਝ ਟਾਈਮ ਤੋਂ ਨਾ ਤੁਹਾਨੂੰ ਮੁੱਖ ਮੰਤਰੀ ਕਦੀ ਕਿਤੇ ਫੀਲਡ 'ਚ ਦਿਸੇਗਾ, ਨਾ ਕੋਈ ਕਾਂਗਰਸ ਦਾ ਹੋਰ ਸੀਨੀਅਰ ਲੀਡਰ ਤੁਹਾਨੂੰ ਫੀਲਡ 'ਚ ਦਿਸ ਰਿਹਾ। ਇਸੇ ਤਰ੍ਹਾਂ ਬੀਜੇਪੀ ਦੇ ਜੇ ਕੋਈ ਲੀਡਰ ਜਾਂਦਾ ਹੈ, ਉਹਨਾਂ ਦਾ ਜਲੂਸ ਇਹਨਾਂ ਨਿਕਲ ਰਿਹਾ ਕਿ ਉਹ ਜਿੱਥੇ ਜਾਂਦੇ ਨੇ ਉੱਥੇ ਹੀ ਉਹ ਬੰਦ ਹੋ ਜਾਂਦੇ ਨੇ। ਅਕਾਲੀ ਦਲ ਦੇ ਜਿਹੜੇ ਲੀਡਰ ਨੇ, ਸੇਮ ਉਹਨਾਂ ਦੀ ਪੋਜੀਸ਼ਨ ਮੈਂ ਦੇਖ ਰਿਹਾ ਕਿ ਉਹ ਵੀ ਸਿਰਫ ਸਫਾਈਆਂ ਦੇਣ 'ਚ ਲੱਗੇ ਹੋਏ ਨੇ, ਔਰ ਪਹਿਲਾਂ ਇਹ ਪਤਾ ਕਰਦੇ ਨੇ ਹਰ ਥਾਂ ਤੇ ਜਾਣ ਤੋਂ ਪਹਿਲਾਂ ਕਿ ਕੀ ਸਾਡੇ ਖਿਲਾਫ ਉੱਥੇ ਕੋਈ ਮੁਜ਼ਾਹਰਾ ਤਾਂ ਨਹੀਂ ਹੋ ਜਾਏਗਾ। ਮੈਨੂੰ ਲੱਗਦਾ ਜੇ ਮੇਨ ਧਿਰਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਦਾ ਇਹ ਹਾਲ ਹੋਇਆ ਪਿਆ ਹੈ, ਤੇ ਕੱਲ ਨੂੰ ਜਿਹੜੀਆਂ ਇਲੈਕਸ਼ਨਾਂ, ਜਿਵੇਂ ਸਾਡਾ ਹੁਣ ਤੇ ਮੇਰੇ ਖਿਆਲ 1 ਸਾਲ ਵੀ ਨਹੀਂ ਰਹਿ ਗਿਆ ਇਲੈਕਸ਼ਨਾਂ 'ਚ, ਇਹ ਸਿਆਸੀ ਧਿਰਾਂ ਨੂੰ ਇਹ ਸਮਝ ਨਹੀਂ ਪੈ ਰਹੀ ਕਿ ਉਹਨਾਂ ਦਾ ਵੋਟ ਬੈਂਕ ਕਿਹੜਾ ਹੋਏਗਾ, ਉਹਨਾਂ ਨੂੰ ਵੋਟ ਕੌਣ ਪਾਉਣ ਵਾਲਾ ਹੋਏਗਾ। ਸੋ ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਅੰਦੋਲਨ ਹੈਗਾ, ਜਿਵੇਂ ਕੱਲ ਰਾਜੇਵਾਲ ਨੇ ਸਟੇਜ ਤੋਂ ਇੱਕ ਬੜੀ ਇੰਟਰਸਟਿੰਗ ਗੱਲ ਕਹੀ, ਉਹ ਕਹਿੰਦੇ ਜੀ ਜੇ ਸਾਡਾ ਅੰਦੋਲਨ ਜਿੱਦਣ ਖਤਮ ਵੀ ਹੋ ਗਿਆ, ਉਹਨਾਂ ਕਿਸਾਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਵਿਹਲੇ ਨਹੀਂ ਬੈਠਣ ਦੇਣਾ, ਅਸੀਂ ਉਸ ਤੋਂ ਬਾਅਦ ਇਹ ਜਿਹੜੀਆਂ ਸਿਆਸੀ ਧਿਰਾਂ ਨੇ ਪੰਜਾਬ ਦੀਆਂ, ਇਹਨਾਂ ਨਾਲ ਵੀ ਅਸੀਂ ਹਿਸਾਬ ਕਿਤਾਬ ਕਰਨਾ ਹੈ ਕਿ ਇਹਨਾਂ ਨੇ ਜਿਹੜਾ ਸਾਨੂੰ ਫਸਾਇਆ ਸੀ ਔਰ ਇਹਨਾਂ ਨੇ ਜੋ ਸਾਡੇ ਨਾਲ ਧੋਖੇ ਕੀਤੇ ਨੇ, ਉਹਨਾਂ ਦਾ ਵੀ ਅਸੀਂ ਇਹਨਾਂ ਤੋਂ ਹਿਸਾਬ ਲੈਣਾ ਹੈਗਾ। ਮੈਨੂੰ ਲੱਗਦਾ ਕਿ ਇਹ ਸਿਆਸੀ ਧਿਰਾਂ ਨੂੰ ਸਾਰੀਆਂ ਨੂੰ ਸਮਝ ਪੈ ਰਹੀ ਹੈ, ਔਰ ਇਹ ਸਾਰੇ ਇਸ ਹਮਾਮ 'ਚ ਨੰਗੇ ਨੇ। ਉਹੀ ਰੋਲ ਕਾਂਗਰਸ ਭਾਵੇਂ ਉਤੋਂ ਜਿੰਨਾ ਮਰਜ਼ੀ ਉਹ ਕਹੀ ਜਾਣ ਕਿ ਜੀ ਅਸੀਂ ਕਿਸਾਨ ਹਮਦਰਦ ਪਲਾਨ ਇਹ ਵੋ, ਲੇਕਿਨ ਜਦੋਂ ਇਹ ਕਾਨੂੰਨ ਬਣ ਰਹੇ ਸੀ ਉਹਨਾਂ ਦਾ ਜੋ ਰਵੱਈਆ ਸੀ, ਜੋ ਚੀਫ ਮਿਨਿਸਟਰ ਦਾ ਸਾਡੇ ਸਾਹਮਣੇ ਵਿੱਚ ਤੁਸੀਂ ਦੇਖੋ ਜਿਹੜਾ ਇਹ ਇਸ਼ੂ ਹੈਗਾ, ਇੱਕ ਪਾਸਿਓਂ ਅਸੀਂ ਕਹਿੰਦੇ ਆ ਵੀ ਇਹ ਕਾਨੂੰਨ ਜਿਹੜੇ ਨੇ ਜੀ ਇਹ ਰਾਜਾਂ ਦਾ ਅਧਿਕਾਰ ਸੀ, ਸੈਂਟਰ ਨੂੰ ਬਣਾਉਣ ਦਾ ਰਾਈਟ ਨਹੀਂ ਸੀ। ਠੀਕ ਹੈ, ਕਾਨੂੰਨੀ ਤੌਰ ਤੇ ਉਹ ਠੀਕ ਹੈ ਗੱਲ ਬਿਲਕੁਲ, ਲੇਕਿਨ ਸੀਐਮ ਪੰਜਾਬ ਜਿਹੜਾ ਪੰਜਾਬ ਦਾ ਮੁਖੀ ਸੀ, ਰਾਜ ਦਾ ਮੁਖੀ ਸੀ, ਉਹਨਾਂ ਨੇ ਇਸ ਗੱਲ ਲਈ ਕੀ ਐਫਰਟ ਕੀਤੀ ਅੱਜ ਤੱਕ ਕਿ ਜੀ ਇਹ ਗਲਤ ਹੋਇਆ ਕਿ ਉਹਨਾਂ ਨੇ ਜਾ ਕੇ ਉੱਥੇ ਆਪਣੇ ਐਮਐਲਏ ਲੈ ਕੇ ਉੱਥੇ ਧਰਨਾ ਮਾਰਦੇ ਰਾਸ਼ਟਰਪਤੀ ਭਵਨ ਦੇ ਬਾਹਰ,
ਉੱਥੇ ਬੈਠਦੇ ਕਿ ਜੀ ਤੁਸੀਂ ਰਾਜਾਂ ਦੇ ਅਧਿਕਾਰ ਖੋ ਰਹੇ ਹੋ, ਕੀ ਹੈ ਉਹਨਾਂ ਨੇ ਕੀ ਉਹਦੇ ਤੇ ਕਾਰਵਾਈ ਕੀਤੀ? ਕੁਛ ਨਹੀਂ, ਜ਼ੀਰੋ। ਔਰ ਸੇਮ ਜਦੋਂ ਇਹ ਕਾਨੂੰਨ ਬਣ ਰਹੇ ਸੀ, ਜੋ ਜਿਸ ਨਲਾਇਕੀ ਦੇ ਨਾਲ ਔਰ ਜਿਸ ਲਾਪਰਵਾਹੀ ਦਾ ਪੰਜਾਬ ਸਰਕਾਰ ਨੇ ਰੋਲ ਅਦਾ ਕੀਤਾ, ਉਹ ਵੀ ਸਾਡੇ ਸਾਹਮਣੇ ਹੈਗਾ। ਉਸੇ ਤਰ੍ਹਾਂ ਅਕਾਲੀ ਦਲ ਜਿਹੜਾ ਕਿ ਸੈਂਟਰ ਦੀ ਸਰਕਾਰ 'ਚ ਭਾਈਵਾਲ ਸੀ, ਅੱਜ ਪਿੱਛੇ ਸਾਡਾ ਇੱਕ ਡੈਪੂਟੇਸ਼ਨ 2 ਮੰਤਰੀਆਂ ਦਾ 3 ਮੰਤਰੀਆਂ ਦਾ ਮਿਲਣ ਗਿਆ ਸੀ ਹੋਮ ਮਿਨਿਸਟਰ ਨੂੰ। ਹੋਮ ਮਿਨਿਸਟਰ ਨੇ ਕਿਹਾ ਉਹਨਾਂ ਨੂੰ, ਉਹ ਕਹਿੰਦੇ ਜੀ ਸਾਨੂੰ ਬੜੀ ਤਕਲੀਫ ਹੈ ਤੁਹਾਡੇ ਜਿਹੜੇ ਅਕਾਲੀ ਰੌਲਾ ਪਾ ਰਹੇ ਨੇ ਕਿ ਜੀ ਅਸੀਂ ਤੇ ਵਿਰੋਧ, ਕਹਿੰਦੇ ਜੀ ਕਿਤੇ ਕਿਤੇ ਉਹਨਾਂ ਦਾ ਰਿਕਾਰਡ ਹੈਗਾ ਕੈਬਨਿਟ 'ਚ, ਕਹਿੰਦੇ ਮੈਂ ਵੀ ਸੀ, ਕਹਿੰਦਾ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ, ਕਿਸੇ ਥਾਂ ਤੇ ਉਹਨਾਂ ਨੇ ਕਦੀ ਵਿਰੋਧ ਨਹੀਂ ਕੀਤਾ। ਹੁਣ ਬਾਹਰ ਕਹਿੰਦੇ ਜਾ ਕੇ ਪਬਲਿਕਲੀ ਰੌਲਾ ਪਾ ਰਹੇ ਨੇ ਕਿ ਅਸੀਂ ਵਿਰੋਧ ਕਰ ਰਹੇ ਸੀ। ਔਰ ਉਹ ਗੱਲ ਬਿਲਕੁਲ ਹੋਮ ਮਿਨਿਸਟਰ ਬਿਲਕੁਲ ਠੀਕ ਕਹਿ ਰਹੇ ਨੇ ਗੱਲ ਕਿ ਕੋਈ ਵਿਰੋਧ ਨਹੀਂ ਕੀਤਾ ਪਹਿਲਾਂ ਇਹਨਾਂ ਨੇ। ਆਮ ਆਦਮੀ ਪਾਰਟੀ ਦਾ ਵੀ ਤੁਸੀਂ ਦੇਖ ਲਓ ਕਿ ਦਿੱਲੀ 'ਚ ਜਿਹੜਾ ਮੁੱਖ ਮੰਤਰੀ ਹੈਗਾ, ਉਹਨਾਂ ਨੇ ਅੱਜ ਤੱਕ ਇਸ ਇਸ਼ੂ ਨੂੰ ਇੱਕ ਵਾਰੀ ਚੁਣੌਤੀ ਨਹੀਂ ਦਿੱਤੀ ਕਿ ਸੈਂਟਰ ਦਾ ਇਸ ਮੁੱਦੇ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਸੀ ਹੈਗਾ। ਸੋ ਮੈਨੂੰ ਲੱਗਦਾ ਹੈ ਕਿ ਸਾਰੀਆਂ ਰਾਜਸੀ ਧਿਰਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਕੱਲ ਨੂੰ ਇਲੈਕਸ਼ਨ 'ਚ ਬਹੁਤ ਮੁਸ਼ਕਲ ਹੋਣਗੇ। ਔਰ ਪੰਜਾਬ ਦੇ ਲੋਕ ਉਹਨਾਂ ਤੋਂ ਇਹ ਸਵਾਲ ਪੁੱਛਣਗੇ ਕਿ ਤੁਸੀਂ ਸਾਡੇ ਤੋਂ ਵੋਟਾਂ ਲੈਣ ਆਏ ਹੋ, ਪਰ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦਿਓ। ਔਰ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਕੱਲ ਨੂੰ ਕੋਈ ਇੱਕ ਨਵੀਂ ਸਿਆਸੀ ਫੋਰਸ ਖੜੀ ਨਾ ਹੋ ਜਾਏ ਇਲੈਕਸ਼ਨਾਂ ਤੋਂ ਪਹਿਲਾਂ, ਜਿਹੜੀ ਕਿ ਇਹਨਾਂ ਸਾਰੀਆਂ ਪਾਰਟੀਆਂ ਦਾ ਜਿਹੜਾ ਭਵਿੱਖ ਹੈਗਾ ਉਹਨੂੰ ਖਤਰੇ 'ਚ ਪਾ ਦੇ। ਸੋ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਇਹ ਡਰ ਔਰ ਜਿਹੜਾ ਭੈ ਹੈਗਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਾਫੀ ਤੰਗ ਕਰ ਰਿਹਾ ਹੈਗਾ। ਔਰ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜੇ ਕੱਲ ਇਹ ਜਿਹੜੀ ਕਿਸਾਨ ਮੂਵਮੈਂਟ ਹੈਗੀ ਹੈ, ਜਿਸ ਢੰਗ ਦੇ ਨਾਲ ਉਹਨਾਂ ਨੇ ਸਾਰੀਆਂ ਸਿਆਸੀ ਜਮਾਤਾਂ ਤੋਂ ਆਪਣੇ ਆਪ ਨੂੰ ਵੱਖ ਰੱਖਿਆ ਹੋਇਆ ਹੈ, ਜੇ ਉਹ ਵੱਖ ਰੱਖਦੇ ਨੇ ਔਰ ਉਹ ਕੱਲ ਨੂੰ ਇਹ ਜਿਹੜਾ ਇਹਨਾਂ ਦੇ ਕਾਡਰਸ ਹੈਗੇ ਨੇ, ਜਿੰਨਾ ਉਹਨਾਂ ਦੇ ਨਾਲ ਸਪੋਰਟ ਹੈਗੀ ਹੈ, ਜੋ ਉਹਨਾਂ ਦਾ ਸਪੋਰਟ ਬੇਸ ਪੰਜਾਬ 'ਚ ਹੈਗਾ, ਉਹ ਇੱਕ ਬਹੁਤ ਮੈਟਰ ਕਰੇਗਾ ਆਉਣ ਵਾਲੀਆਂ ਕੱਲ ਦੀਆਂ ਇਲੈਕਸ਼ਨਾਂ ਦੇ ਵਿੱਚ। ਔਰ ਉਹਨਾਂ ਤੇ ਬਹੁਤ ਨਿਰਭਰ ਕਰੇਗਾ ਕਿ ਪੰਜਾਬ 'ਚ ਅਗਲੀ ਸਰਕਾਰ ਕਿਹੜੀ ਬਣੇ। ਸੋ ਮੇਰੇ ਖਿਆਲ 'ਚ ਇਹ ਇੱਕ ਬੜੀ ਦਿਲਚਸਪ ਗੱਲ ਹੈ ਔਰ ਵੇਖਣ ਵਾਲੀ ਗੱਲ ਹੈ। ਬਹੁਤ ਵੱਡੀ ਗੱਲ ਜਿਹੜੀ ਹੈਗੀ ਆ ਹਰਕਮਲ ਜੀ ਤੁਹਾਡੇ ਸਵਾਲ ਜਿਹੜੇ ਕਿ ਖੜੇ ਕਰ ਰਿਹਾ ਹੈ। ਪ੍ਰੈਸ ਜੀ, ਹਰਕਮਲ ਜੀ ਨੇ ਜਿਸ ਮੁੱਦੇ ਤੇ ਗੱਲ ਕੀਤੀ ਹੈ ਕਿ ਕਿਸਾਨ ਅੰਦੋਲਨ ਜਿਹੜਾ ਹੈਗਾ ਪੰਜਾਬ ਦੀਆਂ ਰਾਜਸੀ ਧਿਰਾਂ, ਚਾਹੇ ਆਮ ਦੀ ਗੱਲ ਕਰ ਲਈਏ, ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ ਜਾਂ ਕਾਂਗਰਸ ਦੀ ਗੱਲ ਕਰ ਲਈਏ, ਬਹੁਤ ਵੱਡੀ ਚੁਣੌਤੀ ਬਣ ਰਿਹਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਕਿਸਾਨ ਅੰਦੋਲਨ ਕਿਸ ਧਿਰ ਤੇ ਜਾ ਕੇ ਡਿੱਗੇਗਾ। ਜਗਤਾਰ ਜੀ, ਇਹ 'ਚ ਕੋਈ ਸ਼ੱਕ ਨਹੀਂ ਕਿ ਕਿਸਾਨੀ ਅੰਦੋਲਨ ਨੇ ਪੰਜਾਬ ਦੀ ਸਾਰੀ ਸਿਆਸੀ ਪਾਰਟੀਆਂ ਨੂੰ ਹਾਸ਼ੀਏ ਤੇ ਲਿਆ ਕੇ ਖੜਾ ਕਰਤਾ ਹੈ। ਔਰ ਉਹਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਰੈਲੇਵੈਂਟ ਸਾਬਿਤ ਕਰੀਏ ਔਰ ਕਿਸ ਤਰ੍ਹਾਂ ਪੋਲੀਟੀਕਲ ਗੇਮ ਦੇ ਵਿੱਚ ਅਸੀਂ ਬਣੇ ਰਹੀਏ। ਹਰ ਕੋਈ ਇੱਕ ਦੂਜੇ ਤੋਂ ਅੱਗੇ ਲੰਘ ਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਲੇਕਿਨ ਫੈਕਟ ਇਹ ਹੈ ਕਿ ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਚਾਹੇ ਭਾਜਪਾ ਹੋਵੇ ਔਰ ਚਾਹੇ ਆਮ ਆਦਮੀ ਪਾਰਟੀ ਹੋਵੇ, ਇਹ ਸਾਰੇ ਕਿਸੇ ਨਾ ਕਈ ਤਰ੍ਹਾਂ ਨਾ ਕਾਰਪੋਰੇਟ ਕਲਚਰ ਨੂੰ ਉੱਥੇ ਲਿਆਉਣਾ ਚਾਹੁੰਦੇ ਹੈ। ਮੈਂ ਤੁਹਾਡੇ ਧਿਆਨ ਦੇ ਵਿੱਚ ਸਭ ਤੋਂ ਪਹਿਲੇ ਇਹ ਲਿਆਉਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਗਰ ਕਿਸੇ ਨੇ ਕੋਈ ਪਹਿਲੀ ਮਲਟੀਨੈਸ਼ਨਲ ਕੰਪਨੀ ਲੈ ਕੇ ਆਂਦੇ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਸੀ। 1986 ਦੇ ਵਿੱਚ ਉਹਨੇ ਪੈਪਸੀ ਕੋਲਾ ਦੀ ਫੈਕਟਰੀ, ਜਿਹੜੀ ਯਾਦ ਹੋਣਾ ਹੈ, ਹੁਸ਼ਿਆਰਪੁਰ ਦੇ ਵਿੱਚ ਇਹ ਜਿਹੜੀ ਹੈ ਇਹ ਇੱਕ ਪੈਪਸੀ ਦਾ ਪਲਾਂਟ ਲਵਾਇਆ ਸੀ ਕਿ ਜੀ ਇਹ ਸਿਟਰਸ ਜੂਸ ਬਣਾਇਆ ਕਰੇਗਾ। ਉਹ ਪਲਾਂਟ ਹਲੇ ਵੀ ਆਪਰੇਟ ਕਰ ਰਿਹਾ। ਉਸ ਤੋਂ ਬਾਅਦ ਪੈਪਸੀ ਕੋਲਾ ਇੱਥੇ ਆਇਆ ਔਰ ਲਹਿਰ ਪੈਪਸੀ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਵਿਕਿਆ ਔਰ ਬਾਅਦ ਵਿੱਚ ਹੌਲੀ ਹੌਲੀ ਹਿੰਦੁਸਤਾਨ ਦੇ ਵਿੱਚ ਚਲਾ ਗਿਆ। ਉਸ ਤੋਂ ਬਾਅਦ ਤੁਸੀਂ ਹੁਣ ਆ ਜਾਓ ਅਕਾਲੀ ਦਲ ਦੇ ਉੱਤੇ। ਅਕਾਲੀ ਦਲ ਦੇ ਜਿਹੜੇ ਆਪਣੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਹੀ ਜਿਹੜੀਆਂ ਪਾਵਰ ਕੰਪਨੀਆਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ। ਉਹਨਾਂ ਨਾਲ ਜਿਹੜੇ ਸਮਝੌਤੇ ਜਿਹੜੇ ਸਾਈਨ ਕੀਤੇ ਲੰਬੇ, ਜਿਨ੍ਹਾਂ ਨੂੰ ਲੈ ਕੇ ਹੁਣ ਬੜੀ ਕੰਟਰੋਵਰਸੀ ਉੱਠੀ ਹੋਈ ਹੈ ਕਿ ਆਪਾਂ ਜਿਹੜੇ ਵਨ ਸਾਈਡਡ ਕਰ ਲਏ ਔਰ ਉਹਨਾਂ ਨੂੰ ਮੁਆਵਜ਼ਾ ਬਹੁਤ ਦੇਣਾ ਪੈ ਰਿਹਾ। ਇਸ ਤੋਂ ਬਾਅਦ ਹੁਣ ਤੁਸੀਂ ਫੇਰ ਆ ਜਾਓ ਤੁਸੀਂ ਕਾਂਗਰਸ ਪਾਰਟੀ ਦੇ ਉੱਤੇ ਕਿ ਕਾਂਗਰਸ ਪਾਰਟੀ ਜਿਹੜੇ ਕੈਪਟਨ ਅਮਰਿੰਦਰ ਦੀ ਪਹਿਲੀ ਜੇ ਸਰਕਾਰ ਬਣੀ ਸੀ 2002 ਤੋਂ ਲੈ ਕੇ 2007 ਦੇ ਵਿੱਚ, ਤੇ ਐਸੀ ਕੈਪਟਨ ਅਮਰਿੰਦਰ ਨੇ ਮੁਕੇਸ਼ ਅੰਬਾਨੀ ਨੂੰ ਪੰਜਾਬ ਦੇ ਵਿੱਚ ਇਨਵਾਈਟ ਕਰਕੇ ਇੱਥੇ ਕਿਹਾ ਸੀ ਕਿ ਜੀ ਤੁਸੀਂ ਇੱਥੇ ਇੱਕ ਬੜਾ ਭਾਰੀ ਫੂਡ ਪਾਰਕ ਬਣਾਓ, ਇਹ ਲਓ, ਇਹ ਮੇਰਾ ਹੈਲੀਕਾਪਟਰ ਲਾਓ ਤੇ ਪੰਜਾਬ 'ਚ ਜਿੱਥੇ ਤੁਸੀਂ ਉਂਗਲੀ ਰੱਖੋਗੇ ਉੜ ਕੇ ਆਓ, ਉਹ ਮੈਂ ਜ਼ਮੀਨ ਦਊਂਗਾ।
और इस जी। प्रोजेक्ट का नाम ਤੁਹਾਨੂੰ याद होना है वो सी फार्म टू फोक, यानी कि किसान के खेत तो लैके खाण वाले ਦੀ ਪਲੇਟ ਤੱਕ ਇਹ ਪੂਰਾ ਪ੍ਰੋਜੈਕਟ ਜੁੜਿਆ ਹੋਏਗਾ ਔਰ ਇਹਦੇ 'ਚ ਵੈਲਿਊ ਐਡੀਸ਼ਨ ਕਰਕੇ ਅਸੀਂ ਹਜ਼ਾਰਾਂ ਕਰੋੜਾਂ ਰੁਪਏ ਦਾ ਫਾਇਦਾ ਕਰਾਂਗੇ। ਹੁਣ ਇਹ ਤੇ ਤੀਜੇ ਪਾਸੇ ਆ ਜਦੋਂ ਤੁਸੀਂ ਆਮ ਆਦਮੀ ਪਾਰਟੀ ਦਾ, ਦਿੱਲੀ ਦੇ ਵਿੱਚ ਤਾਂ ਕੇਜਰੀਵਾਲ ਰੌਲਾ ਇਹ ਪਾਉਂਦਾ ਹੈ ਪੰਜਾਬ ਦੇ ਕਿਸਾਨਾਂ ਨੇ ਪ੍ਰਦੂਸ਼ਣ ਫੈਲਾਤਾ, ਇਹਨਾਂ ਦੇ ਖਿਲਾਫ ਕੇਸ ਕਰੋ, ਇਹਨਾਂ ਦੇ ਖਿਲਾਫ ਫਾਈਨ ਕਰੋ। ਉਹ ਜਿਸਲੇ ਉਹ ਹੁੰਦਾ ਹੈ, ਉਹ ਕਾਨੂੰਨ ਬਣਦਾ ਹੈ, ਤਾਂ ਉੱਠ ਕੇ ਕਿਸਾਨਾਂ ਵਾਲਾ ਆ ਜਾਂਦਾ ਹੈ ਕਿ ਜੀ ਇਹ ਦੱਸੋ ਜੀ ਇਹਨਾਂ ਦੇ ਖਿਲਾਫ ਬੜੀ ਜਾਤੀ ਹੋ, ਇਹਨੂੰ ਬੰਦ ਕਰੋ ਬੰਦ ਕਰੋ। ਮੇਰਾ ਕਹਿਣ ਦਾ ਜੀ, ਮਤਲਬ ਜੀ। ਇਹ ਹੈ ਕਿ ਅੰਦਰ ਖਾਤੇ ਸਾਰੀ ਪਾਰਟੀਆਂ ਜਿਹੜੀਆਂ ਹੈ ਇਹ ਆਪਣੇ ਆਪਣੇ ਹਿਸਾਬ ਦੇ ਨਾਲ ਆਪਣੇ ਏਜੰਡੇ ਨਾਲ ਚੱਲਦੀਆਂ ਹੈ, ਕਿਸਾਨਾਂ ਨੂੰ ਸਿਰਫ ਮੋਹਰੀ ਬਣਾ ਕੇ ਉਹਨਾਂ ਨੂੰ ਯੂਜ਼ ਕਰਦੀਆਂ ਹੈ ਔਰ ਕਿਸਾਨਾਂ ਜੀ। ਨੂੰ ਆਪਣੇ ਹੱਕਾਂ ਦੀ ਰਾਖੀ ਲਈ ਆਪ ਹੀ ਤਗੜੇ ਹੋਣਾ ਪਏਗਾ। ਲੇਕਿਨ ਮੇਰੀ ਇੱਕ ਵਾਰੀ ਫੇਰ ਇਹੀ ਅਪੀਲ ਹੈ ਕਿ ਕਿਸਾਨੀ ਅੰਦੋਲਨ ਦੇ ਜਿਹੜੇ ਲੀਡਰ ਹੈ ਔਰ ਮੋਦੀ ਸਰਕਾਰ ਦੇ ਜਿਹੜੇ ਬਾਨੀ ਹੈ ਉਹਨਾਂ ਨੂੰ ਆਪਸ 'ਚ ਬੈਠ ਕੇ ਕੋਈ ਮਿਡਲ ਦਾ ਰਸਤਾ ਇਹ ਜਿਹੜਾ ਇਖਤਿਆਰ ਕਰਨਾ ਚਾਹੀਦਾ ਹੈ। ਪਿਓਰਲੀ ਆਈਡੀਓਲੋਜੀਕਲ, ਪਿਓਰਲੀ ਆਈਡੀਓਲੋਜੀ ਜਿਹੜਾ ਹੈ ਸਟੈਂਸ ਲੈ ਕੇ ਉਹਦੀ ਬਜਾਏ ਲੌਜੀਕਲ ਸਟੈਂਡ ਲੈ ਕੇ ਦੋਨੋਂ ਪਾਸੇ ਲੈਣ, ਇਹ ਤਾਂ ਗੱਲ ਚੱਲੇਗੀ। ਜੀ ਜੀ ਮੋਦੀ ਸਰਕਾਰ ਅਗਰ ਰਾਈਟਿਸਟ ਹੈ, ਫਾਰ ਰਾਈਟ ਹੈ, ਤਾਂ ਉਹਨੂੰ ਆਈਡੀਓਲੋਜੀ ਛੱਡਣੀ ਚਾਹੀਦੀ। ਔਰ ਸਿਮਿਲਰਲੀ ਅਗਰ ਇਹ ਕਿਸਾਨ ਅੰਦੋਲਨ ਜਿਹੜਾ ਹੈ ਪਿਓਰਲੀ ਲੈਫਟ ਨੂੰ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਵੀ ਕੋਈ ਇੱਧਰਲੇ ਪਾਸੇ ਤੁਰ ਕੇ ਵਿਚਾਰਾ ਰਸਤਾ ਲੱਭਣਾ ਚਾਹੀਦਾ। ਕਿਸਾਨ ਦੇ ਲੋਕ ਜੀ, ਜੀ। ਜਿਹੜੇ ਪੰਜਾਬ ਦੇ ਲੋਕ ਸੰਤਾਪ ਭੋਗਣ ਨੂੰ ਤਿਆਰ ਨਹੀਂ ਹੈ। ਕਿਸਾਨਾਂ ਦੀ ਜਾਨਾਂ ਕੀਮਤੀਆਂ ਹੈ, ਇੰਨੇ ਬੰਦੇ ਉੱਥੇ ਜਾ ਕੇ ਉਹਨਾਂ ਨੇ ਆਪਣੀ ਬਲੀ ਦੇ ਦਿੱਤੀ ਹੈ ਬਾਰਡਰ ਤੇ, ਇਹ ਹੋਰ ਦੇਰ ਜ਼ਿਆਦਾ ਚੱਲਣਾ ਨਹੀਂ ਚਾਹੀਦਾ। ਥੈਂਕ ਯੂ ਵੈਰੀ ਮਚ। ਕੰਗ ਸਾਹਿਬ, ਜਦੋਂ ਆਪਾਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ, ਕਿਸਾਨ ਅੰਦੋਲਨ ਕਿਸ ਤਰੀਕੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਦੇ ਰਿਹਾ ਹਲੂਣਾ, ਕਿਧਰੇ ਲੱਗਦਾ ਹੈ ਕਿ ਪੰਜਾਬੀ ਇਹ ਵੀ ਤੈਅ ਕਰ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਨਵੀਂ ਦਿਸ਼ਾ ਤੇ ਨਵੀਂ ਦਿਸ਼ਾ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਅੰਦਰ ਤੈਅ ਕਰੇਗਾ ਕਿਸਾਨੀ ਅੰਦੋਲਨ, ਜਿਸ ਤਰ੍ਹਾਂ ਦਾ ਖਦਸ਼ਾ ਵੱਖ-ਵੱਖ ਰਾਜਸੀ ਧਿਰਾਂ ਵੱਲੋਂ ਪ੍ਰਗਟ ਕੀਤਾ ਜਾ ਰਿਹਾ ਹੈ। ਦੇਖੋ ਸਿੰਘ ਸਾਹਿਬ, ਜਿੱਥੋਂ ਤੱਕ ਪੋਲੀਟੀਕਲ ਕਲਾਸ ਦੀ ਗੱਲ ਹੈ, ਇਨਕਲੂਡਿੰਗ ਆਲ ਦਾ ਪਾਰਟੀਜ਼, ਜਿਹੜੀ ਕ੍ਰੈਡੀਬਿਲਿਟੀ ਹੈ ਰਾਜਨੀਤਿਕ ਪਾਰਟੀਆਂ ਦੀ ਔਰ ਰਾਜਨੀਤਿਕ ਲੋਕਾਂ ਦੀ, ਪਿਛਲੇ ਸਮੇਂ 'ਚ ਉਹਦੇ 'ਚ ਬਹੁਤ ਜਿਹੜੀ ਹੈਗੀ ਆ ਬਹੁਤ ਗਿਰਾਵਟ ਆਈ ਹੈ, ਬਹੁਤ ਡਾਊਨਫਾਲ ਆਇਆ। ਡੈਮੋਕ੍ਰੇਸੀ 'ਚ ਰਾਜਨੀਤਿਕ ਪਾਰਟੀਆਂ ਦੀ, ਰਾਜਨੀਤਿਕ ਲੀਡਰਾਂ ਦੀ ਕ੍ਰੈਡੀਬਿਲਿਟੀ 'ਚ ਗਿਰਾਵਟ ਆਉਣਾ, ਉਹਨਾਂ ਦੇ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਲੋਕਾਂ 'ਚ ਬਹੁਤ ਵੱਡੇ ਵਰਗ 'ਚ ਪੈਦਾ ਹੋ ਜਾਣੀ, ਇਹ ਬੜੀ ਮੰਦਭਾਗੀ, ਬੜਾ ਡੈਮੋਕ੍ਰੇਸੀ ਲਈ ਬੜੀ ਖਤਰਨਾਕ ਸਥਿਤੀ ਹੈ। ਔਰ ਤੁਸੀਂ ਇਹ ਦੇਖੋ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ ਉਹਦੇ 'ਚ ਜਿਹੜੀ ਤਕਰੀਰ ਹੈ, ਜਿਹੜੀ ਉਹ 'ਚ ਦਲੀਲ ਹੈ, ਉਹ ਚਾਹੇ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰੀਏ, ਚਾਹੇ ਆਪਾਂ ਰੀਸੈਂਟਲੀ ਲੋਕ ਸਭਾ ਦਾ ਸੱਤਰ ਵੀ ਮੈਂ ਕਰੂੰਗਾ, ਉਹਦੇ 'ਚ ਫੈਕਟ ਔਰ ਫਿਗਰ ਦੀ ਬਜਾਏ ਇਮੋਸ਼ਨਲ ਕਾਰਡ, ਇਤਿਹਾਸਿਕ ਗੱਲਾਂ ਕਰਨੀਆਂ, ਇਮੋਸ਼ਨਲੀ ਲੋਕਾਂ ਨੂੰ ਖਿੱਚਣ ਵਾਸਤੇ ਗੱਲਾਂ ਕਰਨੀਆਂ, ਲਾਅ ਐਂਡ ਫੈਕਟ ਤੇ ਸੰਵਿਧਾਨ ਤੇ ਕਨਸਟੀਟਿਊਸ਼ਨ ਤੇ ਗੱਲ ਨਾ ਕਰਨੀ। ਫੋਰ ਐਗਜ਼ਾਮਪਲ, ਪ੍ਰਧਾਨ ਮੰਤਰੀ ਸਾਹਿਬ ਨੇ 2 ਦਿਨ ਪਹਿਲਾਂ ਕਿਹਾ ਵੀ ਦੱਸੋ ਇਹ ਕਾਲੇ ਕਾਨੂੰਨਾਂ 'ਚ, ਇਹ ਜਿਹੜੇ ਤੁਸੀਂ ਕਹਿ ਰਹੇ ਹੋ ਕਾਲੇ ਕਾਨੂੰਨ ਹੈ, ਇਹ ਕਾਨੂੰਨਾਂ 'ਚ ਕਾਲਾ ਕੀ ਹੈ? ਹਾਲਾਂਕਿ ਬੜਾ ਹਾਸੋਹੀਣੀ ਵਾਲਾ ਸਵਾਲ ਸੀਗਾ ਪ੍ਰਧਾਨ ਮੰਤਰੀ ਸਾਹਿਬ ਦਾ ਵੀ 6 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਰ ਰਹੇ ਆ, ਤੁਹਾਡੇ ਨਾਲ 11 ਮੀਟਿੰਗਾਂ ਹੋ ਗਈਆਂ, ਇੱਕ ਇੱਕ ਕਲੌਜ਼ ਤੇ ਡਿਸਕਸ਼ਨ ਹੋ ਗਈ ਹੈ, ਬੱਚੇ ਨੂੰ ਪਤਾ ਹੈ ਵੀ ਕਾਲਾ ਕੀ ਹੈ। ਕਿਆ ਇਸ ਤਿੰਨਾਂ ਕਾਨੂੰਨਾਂ ਦੇ ਰਾਹੀਂ ਜਮਾਖੋਰੀ ਨੂੰ ਬੜਾਵਾ ਨਹੀਂ ਦਿੱਤਾ ਜਾ ਰਿਹਾ? ਕਿਆ ਤੁਸੀਂ ਬੈਕਡੋਰ ਐਂਟਰੀ ਪ੍ਰਾਈਵੇਟ ਸੈਕਟਰ ਦੀ ਐਗਰੀਕਲਚਰ ਤੇ ਨਹੀਂ ਕਰ ਰਹੇ? ਕਿਆ ਪੰਜਾਬ ਔਰ ਹਰਿਆਣੇ ਦਾ ਜਿਹੜਾ APMC ਹੈ, ਉਹ ਜਿਹੜਾ ਮਾਡਲ ਸਾਰੇ ਦੇਸ਼ 'ਚ ਲਾਗੂ ਕਰਨਾ ਚਾਹੀਦਾ ਸੀ, ਉਹ ਤੁਸੀਂ ਉਹਨੂੰ ਵੀ ਖਤਮ ਕਰਨ ਵਾਸਤੇ ਨਹੀਂ ਕੰਮ ਕਰ ਰਹੇ? ਤੁਸੀਂ ਕੰਟਰੈਕਟ ਫਾਰਮਿੰਗ 'ਚ ਕੰਟਰੈਕਟਰ ਨੂੰ ਇਹ ਆਜ਼ਾਦੀ ਦੇ ਰਹੇ ਹੋ ਕਿ ਕਿਸਾਨ ਦੀ ਜ਼ਮੀਨ ਤੇ ਉਹ ਕਿਸੇ ਤਰੀਕੇ ਦਾ ਵੀ ਲੋਨ ਲੈ ਕੇ ਇਨਫਰਾਸਟ੍ਰਕਚਰ ਖੜਾ ਕਰ ਸਕਦਾ ਹੈ। ਇਨਫਰਾਸਟ੍ਰਕਚਰ ਖੜਾ ਕਰਨ ਤੋਂ ਬਾਅਦ ਉਹਦੀ ਲਾਇਬਿਲਿਟੀ ਕਿਹਦੀ ਹੋਊਗੀ? ਕਿਸਾਨ ਦੀ ਜ਼ਮੀਨ ਨਹੀਂ ਜਾਊਗੀ। ਇਹ ਸਾਰੇ ਕਾਲੀਆਂ ਗੱਲਾਂ ਹਨ। ਲੇਕਿਨ ਪ੍ਰਧਾਨ ਮੰਤਰੀ ਸਾਹਿਬ ਦੇ ਇਸ ਸਵਾਲ ਦਾ ਪਾਰਲੀਮੈਂਟ ਜਿਹੜੀ ਮੈਂ ਤੁਹਾਡੇ ਉੱਥੇ ਲੈ ਕੇ ਆ ਰਿਹਾ ਪੋਲੀਟੀਕਲ ਪਾਰਟੀਆਂ ਤੇ, ਉਹਨਾਂ ਨੇ ਦਲੀਲ ਨਾਲ ਜਵਾਬ ਨਹੀਂ ਦਿੱਤਾ। ਸਾਰੀਆਂ ਪਾਰਟੀਆਂ ਨੇ ਉਹਨਾਂ ਨੇ ਇਮੋਸ਼ਨਲ ਗੱਲਾਂ ਤੇ ਬਹੁਤ ਕੀਤੀਆਂ। ਬਹੁਤ ਖਤਰਨਾਕ, ਬਹੁਤ ਦੁਖਦਾਈ ਗੱਲ ਮੈਂ ਕਹੂੰਗਾ, ਬੜੀ ਅਸੰਵੇਦਨਸ਼ੀਲ ਗੱਲ ਹੈ। ਔਰ ਦੂਸਰੇ ਪਾਸੇ ਜਿਹੜੇ ਸਾਡੇ ਕਿਸਾਨ ਲੀਡਰ ਹੈ, ਉਹ ਇੱਕ ਕਲੌਜ਼ ਤੇ ਜਿਸ ਲੌਜਿਕ ਨਾਲ, ਜਿਸ ਤਰਕ ਨਾਲ, ਜਿਸ ਦਲੀਲ ਨਾਲ, ਜਿਸ ਉਹਦੇ ਸੰਵਿਧਾਨਿਕ ਜਿਹੜਾ ਉਹਦਾ ਤਰੀਕਾ ਹੈ, ਜਿਹੜੇ ਪ੍ਰੋਵੀਜ਼ਨ ਹੈ ਦੇਸ਼ ਦੇ ਸੰਵਿਧਾਨ ਦੇ ਆਧਾਰ ਤੇ, ਉਹਦੇ ਨਾਲ ਗੱਲ ਕਰਦੇ ਆ। ਔਰ ਅੱਜ ਸਾਨੂੰ
ਇਹਦੇ 'ਚ ਪੜਚੋਲ ਲੋਕਾਂ ਨੂੰ ਕਰਨੀ ਪਊਗੀ। ਲੋਕਾਂ 'ਚ ਨਿਰਾਸ਼ਤਾ ਪੰਜਾਬ 'ਚ ਨਹੀਂ ਆ, ਸਾਰੇ ਮੁਲਕ 'ਚ ਹੈ ਪੋਲੀਟੀਕਲ ਕਲਾਸ ਦੇ ਖਿਲਾਫ। ਔਰ ਉਹ ਵੀ ਇੱਕ ਕਾਰਨ ਹੈ, ਇੱਕ ਉਹਦਾ ਕਾਰਨ ਹੈ ਵੀ ਅੱਜ ਲੋਕ ਜਿਹੜੇ ਆ ਪੋਲੀਟੀਕਲ ਕਲਾਸ ਦੀ ਕ੍ਰੈਡੀਬਿਲਿਟੀ 'ਚ ਗਿਰਾਵਟ ਹੋਣ ਕਰਕੇ ਇੱਕ ਨਵੀਂ ਆਪਸ਼ਨ ਲੱਭ ਰਿਹਾ। ਅੱਜ ਜਿਸ ਤਰੀਕੇ ਨਾਲ ਸਮਾਜ 'ਚ ਜ਼ਹਿਰ ਘੋਲਤਾ ਜਿਹੜੀ ਸੱਤਾ 'ਚ ਪਾਰਟੀ ਹੈ ਮੋਦੀ ਸਾਹਿਬ ਦੀ ਸਰਕਾਰ ਨੇ, ਭਾਈਚਾਰਕ ਸਾਂਝ ਨੂੰ ਜਿਸ ਤਰੀਕੇ ਨਾਲ ਦੇਖੋ, ਮੁਜ਼ੱਫਰਨਗਰ ਦੀ ਜਿਹੜੀ ਪਹਿਲੀ ਮਹਾਪੰਚਾਇਤ ਹੋਈ ਉਹਦੇ 'ਚ ਜਾਟ ਔਰ ਮੁਸਲਮਾਨ ਇਕੱਠੇ ਹੋਏ ਔਰ ਔਨ ਰਿਕਾਰਡ ਉਹਨਾਂ ਨੇ ਕਿਹਾ ਹੈ ਵੀ ਅਸੀਂ ਬੀਜੇਪੀ ਦੇ ਪਿੱਛੇ ਲੱਗ ਕੇ ਅਸੀਂ ਆਪਣਾ ਭਾਈਚਾਰਾ ਖਰਾਬ ਕੀਤਾ। ਔਰ ਇਸੇ ਤਰੀਕੇ ਦੀਆਂ ਭਾਵਨਾਵਾਂ ਪੰਜਾਬ 'ਚ ਉੱਭਰ ਰਹੀਆਂ। ਸੋ ਇਸ ਕਰਕੇ ਜਿੱਥੇ ਕਿਸਾਨ ਆਪਣੇ ਆਰਥਿਕਤਾ ਦੀ ਲੜਾਈ ਲੜ ਰਹੇ ਆ, ਆਮ ਸਧਾਰਨ ਸ਼ਹਿਰੀ ਵਾਸਤੇ ਉਹਦੀ ਰੋਜੀ ਰੋਟੀ ਘੱਟ ਮੁੱਲ ਤੇ ਮਿਲੇ ਉਹਦੀ ਲੜਾਈ ਲੜ ਰਿਹਾ, ਉੱਥੇ ਦੇਸ਼ 'ਚ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ ਉਹਦੀ ਲੜਾਈ ਲੜ ਰਹੇ ਆ। ਲੇਕਿਨ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਵੀ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਜਿਹੜੀ ਉਹਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਸੀ, ਉਹਦੇ ਤੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਉਹ ਫੇਲ ਰਹੇ। ਸਵਾਲ ਲੱਗ ਰਿਹਾ ਜੀ, ਥੈਂਕ ਯੂ ਵੈਰੀ ਮਚ। ਹਰਕਮਲ ਜੀ, ਇੱਕ ਸਵਾਲ ਜਿਹੜਾ ਮੈਂ ਨਵਜੋਤ ਸਿੱਧੂ ਤੇ ਵੀ ਲੈਣਾ ਚਾਹਾਂਗਾ। ਜਿਸ ਤਰੀਕੇ ਨਾਲ ਕਾਂਗਰਸ ਕਿਸਾਨ ਅੰਦੋਲਨ ਦੇ ਚੱਲਦਿਆਂ ਕਿ ਉਹਨੂੰ ਨਵੇਂ ਸਿਰੇ ਤੋਂ ਕੋਈ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਕਿਉਂਕਿ ਪੰਜਾਬ ਦਾ ਬਿਲਕੁਲ ਨਜ਼ਦੀਕ ਆ ਗਿਆ, ਬਾਅਦ ਕੋਈ ਮੌਕਾ ਕੋਈ ਲੱਗਦਾ ਕਿ ਪੰਜਾਬ 'ਚ ਇਦਾਂ ਦੀ ਰਦੋ ਬਦਲ ਵੀ ਹੋ ਸਕਦੀ ਹੈ। ਕਾਂਗਰਸ ਨੂੰ ਲੱਗਦਾ ਹੈ ਕਿ ਹੁਣ ਜ਼ਰੂਰਤ ਹੈ ਕੋਈ ਨਵਾਂ ਚਿਹਰਾ ਲਿਆਂਦਾ ਜਾਵੇ, ਇਹਨਾਂ ਪ੍ਰਸਥਿਤੀਆਂ 'ਚ ਜਿਹੜਾ ਖਿੱਚ ਦਾ ਕਾਰਨ ਬਣ ਸਕਦਾ ਹੈ। ਜਗਤਾਰ ਜੀ, ਜਿਹੜੀ ਹੁਣੇ ਕੰਗ ਸਾਹਿਬ ਨੇ ਗੱਲ ਕਹੀ ਹੈ ਬੜੀ ਇੰਪੋਰਟੈਂਟ ਹੈ, ਜਿਹੜੀ ਕਿ ਕ੍ਰੈਡੀਬਿਲਿਟੀ ਸਾਰੀਆਂ ਸਿਆਸੀ ਜਮਾਤਾਂ ਦੀ ਇਸ ਵੇਲੇ ਬਿਲਕੁਲ ਥੱਲੇ ਚਲੀ ਗਈ ਹੈ। ਲੋਕਾਂ ਦਾ ਸਿਆਸੀ ਜਮਾਤਾਂ ਤੇ ਕੋਈ ਵਿਸ਼ਵਾਸ ਹੀ ਨਹੀਂ ਰਹਿ ਗਿਆ। ਮੇਰੇ ਖਿਆਲ 'ਚ ਕਾਂਗਰਸ ਹਾਈ ਕਮਾਂਡ ਵੀ ਜਿਹੜੀ ਹੈ ਉਹ ਵੀ ਇਹ ਮਹਿਸੂਸ ਕਰ ਰਹੀ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਸਰਕਾਰ ਸੀ, ਜਿਸ ਢੰਗ ਦੇ ਨਾਲ ਉਹ ਚੱਲੀ ਹੈ, ਉਹਦੀ ਐਂਟੀ ਇਨਕੰਬੈਂਸੀ ਇੰਨੀ ਸਟਰੋਂਗ ਹੈਗੀ ਹੈ ਕਿ ਅਗਲੀਆਂ ਚੋਣਾਂ ਦੇ ਵਿੱਚ ਜਾ ਕੇ ਸਾਨੂੰ ਲੋਕਾਂ ਤੋਂ ਬਹੁਤੀ ਸਮਰਥਨ ਦੀ ਆਸ ਨਜ਼ਰ ਨਹੀਂ ਆ ਰਹੀ। ਸੋ ਇਹ ਮੈਨੂੰ ਲੱਗਦਾ ਹੈ ਕਿ ਕਾਫੀ ਦੇਰ ਤੋਂ ਇਹ ਡਿਸਕਸ਼ਨਸ ਪਾਰਟੀ ਹਾਈ ਕਮਾਂਡ 'ਚ ਚੱਲ ਰਹੀਆਂ ਸੀ, ਔਰ ਜੋ ਹੁਣ ਨਜ਼ਰ ਆ ਰਿਹਾ ਹੈ ਕਿ ਉਹ ਪ੍ਰਦੇਸ਼ ਕਾਂਗਰਸ ਦੇ ਢਾਂਚੇ ਵਿੱਚ ਬਹੁਤ ਮੇਜਰ ਰੀਸ਼ਫਲ ਕਰਨ ਜਾ ਰਹੇ ਨੇ ਬਹੁਤ ਛੇਤੀ। ਔਰ ਜੋ ਰਿਪੋਰਟਸ ਹੈਗੀਆਂ, ਅੱਛਾ ਪਾਰਟੀ ਕੋਲ ਫੇਸ ਇੱਕੋ ਹੀ ਹੈਗਾ ਇਸ ਵੇਲੇ, ਨਵਜੋਤ ਸਿੰਘ ਸਿੱਧੂ, ਜਿਹਦਾ ਸਾਫ ਸੁਥਰਾ ਅਕਸ ਹੈਗਾ ਜਾਂ ਜਿਹੜਾ ਇਸ ਵੇਲੇ ਲੋਕਾਂ 'ਚ ਪਪੂਲਰ ਹੈਗਾ। ਹੋਰ ਉਹਨਾਂ ਦੇ ਕੋਲ ਪਾਰਟੀ ਕੋਲ ਇਸ ਵੇਲੇ ਕੋਈ ਫੇਸ ਹੀ ਨਹੀਂ, ਕੋਈ ਬੰਦਾ ਹੀ ਨਹੀਂ ਹੈਗਾ। ਸੋ ਇੱਕ ਗੱਲ ਮੈਨੂੰ ਬੜੀ ਸਪਸ਼ਟ ਨਜ਼ਰ ਆ ਰਹੀ ਹੈ ਕਿ ਪਾਰਟੀ ਹਾਈ ਕਮਾਂਡ ਦੇ ਕੋਲ ਕੋਈ ਬਹੁਤੀਆਂ ਹੋਰ ਆਪਸ਼ਨਸ ਹੀ ਨਹੀਂ ਹੈਗੀਆਂ। ਨਵਜੋਤ ਸਿੰਘ ਸਿੱਧੂ ਨੂੰ ਕਮਾਂਡ ਦੇਣ ਤੋਂ ਬਿਨਾਂ ਪਾਰਟੀ ਦੀ ਉਹਨਾਂ ਕੋਲ ਕੋਈ ਬਹੁਤਾ ਰਸਤਾ ਨਹੀਂ ਹੈਗਾ। ਔਰ ਉਹ ਫੈਸਲਾ ਅੱਜ ਕਰਨਗੇ, 15 ਦਿਨ ਬਾਅਦ ਕਰਨਗੇ ਜਾਂ ਮਹੀਨੇ ਬਾਅਦ ਕਰਨਗੇ, ਮੈਨੂੰ ਲੱਗਦਾ ਹੁਣ ਕੋਈ ਬਹੁਤ ਸਮਾਂ ਨਹੀਂ ਰਹਿ ਗਿਆ। ਰੀਜ਼ਨ ਬੀਇੰਗ ਇਸੇ ਸਾਲ ਦੇ ਅਖੀਰ 'ਚ ਜਾ ਕੇ ਨੋਟੀਫਿਕੇਸ਼ਨ ਇਲੈਕਸ਼ਨਾਂ ਦਾ ਹੋ ਜਾਣਾ ਹੈ, ਇਲੈਕਸ਼ਨਾਂ ਅਨਾਉਂਸ ਹੋ ਜਾਣੀਆਂ ਤੇ ਹੁਣ ਕੋਈ 8-9 ਮਹੀਨੇ ਬਾਕੀ ਰਹਿ ਗਏ ਨੇ, ਜਿਹਦੇ 'ਚ ਉਹਨਾਂ ਨੂੰ ਪਾਰਟੀ ਨੂੰ ਖੜਾ ਕਰਨਾ ਪਏਗਾ, ਤਿਆਰ ਕਰਨਾ ਪਏਗਾ। ਤੁਸੀਂ ਦੇਖੋ ਕਿ ਉਹਨਾਂ ਨੇ ਹੁਣ ਤੱਕ ਹਾਈ ਕਮਾਂਡ ਨੇ ਪਿਛਲੇ 6 ਮਹੀਨਿਆਂ 'ਚ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਦੀ ਲਿਸਟ ਅਪਰੂਵ ਨਹੀਂ ਕੀਤੀ। ਉਹਦਾ ਇੱਕ ਕਾਰਨ ਇਹੋ ਸੀ ਕਿ ਉਹ ਸਮਝਦੇ ਸੀ ਕਿ ਜਿਹੜਾ ਇਹ ਢਾਂਚਾ ਹੈ ਇਹਨੂੰ ਟੋਟਲੀ ਓਵਰਹਾਲ ਕਰਨਾ ਪਏਗਾ ਔਰ ਬਿਲਕੁਲ ਨਵਾਂ ਇੱਕ ਚਿਹਰਾ ਪੰਜਾਬ ਕਾਂਗਰਸ ਨੂੰ ਦੇਣਾ ਪਏਗਾ, ਢਾਂਚਾ ਨਵਾਂ ਦੇਣਾ ਪਏਗਾ ਤਾਂ ਕਿ ਲੋਕਾਂ ਨੂੰ ਆਪਣੇ ਨਾਲ ਦੁਬਾਰਾ ਤੋਰਿਆ ਜਾ ਸਕੇ। ਔਰ ਜੋ ਮੈਨੂੰ ਨਜ਼ਰ ਆ ਰਿਹਾ ਕਿ ਤੁਸੀਂ ਦੇਖਣਾ ਆਉਣ ਵਾਲੇ ਦਿਨਾਂ 'ਚ ਬਹੁਤ ਮੇਜਰ ਚੇਂਜਸ ਹੋਣਗੀਆਂ। ਓਕੇ, ਥੈਂਕ ਯੂ ਵੈਰੀ ਮਚ। ਪ੍ਰਾਸ਼ੀ ਜੀ, ਲਾਸਟ ਕਮੈਂਟ ਇਸ ਮੁੱਦੇ ਤੇ ਨਵਜੋਤ ਸਿੱਧੂ ਸਾਫ ਸੁਥਰੇ ਚਿਹਰੇ ਦੇ ਤੌਰ ਤੇ ਕਾਂਗਰਸ ਅਗਲੇ ਦਿਨਾਂ 'ਚ ਲਿਆ ਸਕਦੀ ਹੈ। ਨਵਜੋਤ ਸਿੱਧੂ ਨੂੰ ਕਿਵੇਂ ਦੇਖਦੇ ਹੋ? ਸੰਖੇਪ ਦੇ ਵਿੱਚ ਪ੍ਰਾਸ਼ੀ ਜੀ ਸਮਾਂ ਵੀ ਆਪਣੇ ਕੋਲ ਇੰਨਾ ਕੀ ਬਚਿਆ। ਮੈਂ ਸਮਝਦਾ ਹੈ ਆਪਣਾ ਸਿੱਧੂ ਸਾਹਿਬ ਜਿਹੜਾ ਕਿ ਨਵਜੋਤ ਸਿੱਧੂ ਉੱਪਰ ਸੋਨੀਆ ਗਾਂਧੀ ਨੂੰ ਮਿਲ ਕੇ ਆਇਆ, ਉਹਦੇ ਨਾਲ ਇਹ ਹੁਣ ਇੰਨੀ ਦੇਰ ਇੰਤਜ਼ਾਰ ਕੀਤਾ ਹੈ, ਹੁਣ ਮੇਰੇ ਖਿਆਲ ਲਾਸਟ ਸਟੇਜ ਹੈ ਕਿ ਉਹਨਾਂ ਦੀ ਜਾਂ ਤਾਂ ਕੈਬਨਿਟ 'ਚ ਇੰਡਕਸ਼ਨ ਹੋ ਰਹੀ ਹੈ ਤੇ ਜਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ, ਕਿਉਂਕਿ ਪਾਰਟੀ ਨੂੰ ਹੁਣ ਲਾਮਬੰਦ ਹੋਣਾ ਪੈਣਾ ਹੈ। ਅਗਲੇ ਇਲੈਕਸ਼ਨ ਸਿਰ ਤੇ ਆ ਗਏ, ਬਹੁਤੀ ਦੇਰ ਚੱਲ ਨਹੀਂ ਸਕਣਾ, ਕਿਉਂਕਿ ਕੈਪਟਨ ਅਮਰਿੰਦਰ ਦੀ ਸਰਕਾਰ ਦੀ ਜੋ ਇਮੇਜ ਹੈ ਹਲੇ ਹੈ ਵੈ ਕਿ ਇਹ ਆਰਾਮ ਪ੍ਰਸਤ ਜ਼ਿਆਦਾ ਹੈ ਤੇ ਕੰਮ ਪ੍ਰਸਤ ਘੱਟ ਹੈ। ਉਹਨੂੰ ਬਦਲਣ ਲਈ ਇਹ ਨਵਜੋਤ ਸਿੱਧੂ ਵਰਗਾ ਐਨਰਜੈਟਿਕ ਬੰਦਾ ਲਿਆਉਣਾ ਬਹੁਤ ਜ਼ਰੂਰੀ ਹੈ। ਔਰ ਅਗਰ ਜਿਹੜੀ ਸਰਕਾਰ ਦੇ ਖਿਲਾਫ ਜਿਹੜਾ
ਲੋਕਾਂ ਦੇ ਵਿੱਚ ਰੋਹ ਹੈ ਜਾਂ ਜੋ ਵੀ ਸਿਰਫ ਗਿਲੇ ਸ਼ਿਕਵੇ ਹੈ ਉਹ ਨਵਜੋਤ ਸਿੱਧੂ ਦੇ ਤੌਰ ਦੇ ਉੱਤੇ ਕੋਈ ਨਵਾਂ ਚਿਹਰਾ ਆਉਂਦਾ ਹੈ ਤਾਂ ਬੜੀ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਉਹ ਮੈਂ ਸਮਝਦਾ ਕਿ ਕਾਂਗਰਸ ਕੋਲ ਹੋਰ ਕੋਈ ਆਪਸ਼ਨ ਵੀ ਕੋਈ ਨਹੀਂ ਹੈ ਕਿ ਪਾਰਟੀ ਨੂੰ ਤੁਸੀਂ ਰੀਐਨਰਜਾਈਜ਼ ਕਰਨਾ ਹੈ, ਪੂਰੀ ਤਰ੍ਹਾਂ ਤਿਆਰ ਕਰਕੇ ਇਲੈਕਸ਼ਨ 'ਚ ਉਤਾਰਨਾ ਹੈ। ਤਾਂ ਆਈ ਥਿੰਕ ਇਜ਼ ਦ ਬੈਸਟ ਪਰਸਨ, ਇੰਟਰਨੈਸ਼ਨਲ ਪਰਸਨੈਲਿਟੀ ਹੈ, ਪਰਸਨਲ ਤੌਰ ਤੇ ਸਾਫ ਸੁਥਰੀ ਇਮੇਜ ਹੈ ਔਰ ਕ੍ਰਿਕਟਰ ਵੀ ਰਿਹਾ ਔਰ ਹੀਰੋ ਵੀ ਹੈਗਾ। ਦੇਖੋ ਫਿਲਮਾਂ 'ਚ ਵੀ ਆਇਆ ਉਹ ਭਗਵਾਨ ਬਣ ਕੇ ਔਰ ਕੋਈ ਸ਼ੱਕ ਟੀਵੀ ਨਹੀਂ। ਦੇ ਉੱਤੇ ਵੀ ਉਹ ਲਾਫਟਰ ਲੋਕਾਂ ਨੂੰ ਹਸਾਉਂਦੇ ਰਹੇ ਹੈ। ਉਹਨਾਂ ਦੀ ਆਪਣੀ ਪਰਸਨੈਲਿਟੀ ਹੈ, ਆਪਣਾ ਹੀ ਸਟਾਈਲ ਹੈ ਔਰ ਆਪਣੇ ਹੀ ਛੱਕੇ ਮਾਰਦੇ ਆ। ਉਹ ਇਲੈਕਸ਼ਨਾਂ ਦੇ ਵਿੱਚ ਜੇ ਕਾਂਗਰਸ ਨੇ ਜਿੱਤਣਾ ਹੈ ਤਾਂ ਉਹ ਛੱਕਿਆਂ ਦੀ ਲੋੜ ਪੈਣੀ ਹੈ ਜਿਹਦੇ 'ਚ ਸਿਰਫ ਉਹੀ ਕਰ ਸਕਦੇ ਆ। ਓਕੇ, ਥੈਂਕ ਯੂ ਵੈਰੀ ਮਚ। ਇਸ ਮੁੱਦੇ ਤੇ ਆਉਣ ਲਈ ਪ੍ਰਾਸ਼ਾ ਜੀ, ਕਮਲ ਜੀ, ਕੰਗ ਸਾਹਿਬ, ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਦੇ ਲਈ ਸੁਨੇਹਾ, ਗੈਰ ਰਾਜਸੀ ਡਿਬੇਟ ਸੀਨੀਅਰ ਪੱਤਰਕਾਰ ਅਤੇ ਬੁੱਧੀਜੀਵੀਆਂ ਵੱਲੋਂ ਉਮੀਦ ਹੈ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਪਸੰਦ ਆਏਗੀ ਤੇ ਪੰਜਾਬ ਦੇ ਸੱਚ ਦੀ ਪੇਸ਼ਕਾਰੀ ਤੁਸੀਂ ਆਪਣੇ ਸਰਕਲ 'ਚ ਵੱਖ-ਵੱਖ ਜਿਹੜੇ ਕਮਿਊਨੀਕੇਸ਼ਨ ਦੇ ਸੋਰਸੇਜ ਹਨ ਉਹ ਤੇ ਸ਼ੇਅਰ ਵੀ ਜ਼ਰੂਰ ਕਰੋਗੇ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।